ਮੁਬਾਰਕ ਹੈ ਉਹ ਜਿਸ ਦਾ ਹੈ ਜ਼ੋਰ ਤੇਥੋਂ, ਮੁਬਾਰਕ ਹੈ ਉਹ ਜਿਸ ਦਾ ਹੈ ਜ਼ੋਰ ਤੇਥੋਂ, ਉਹਨਾਂ ਦੇ ਦਿਲਾਂ ਵਿੱਚ ਤੇਰਾ ਹੀ ਨਾਂ ਹੈ। ਮਸੀਹ ਯਸੂ ਦੇ ਬਾਬਰਕਤ ਮਿੱਠੇ ਤੇ ਜਲਾਲੀ ਨਾਂ ਦੇ ਵਿੱਚ ਪਾਦਰੀ ਪਰਵੇਜ਼ ਸਾਦਿਕ ਤੁਹਾਡੀ ਖਿਦਮਤ 'ਚ ਨਾਜ਼ਰੀਨ ਮੌਜੂਦ ਹੈ। ਤੇ ਨਾਜ਼ਰੀਨ ਅੱਜ ਵੀ ਮੇਰੇ ਨਾਲ ਖੁਦਾ ਦੇ ਖਾਦਮ, ਖੁਦਾ ਦੇ ਮਮਸੂ ਔਰ ਜਿਹੜੇ ਕਿ ਨੌਜਵਾਨੀ ਦੇ ਵਿੱਚ ਖੁਦਾ ਦੀ ਖਿਦਮਤ ਕਰਦੇ ਨੇ ਪਏ, IFGF ਚਰਚ ਮਿਨਿਸਟਰੀ, ਬਲਕਿ ਮੈਂ ਕਹਾਂਗਾ ਇੰਟਰਨੈਸ਼ਨਲ ਮਿਨਿਸਟਰੀ, ਉਹਨਾਂ ਦੇ ਪਾਸਬਾਨ ਨੇ। ਤੇ ਇਸ ਵੇਲੇ ਮੈਂ ਰਾਵਲਪਿੰਡੀ ਕਾਲਜ ਰੋਡ IFGF ਚਰਚ ਮਿਨਿਸਟਰੀ ਦੇ ਵਿੱਚ ਮੌਜੂਦ ਹਾਂ ਤੇ ਮੇਰੇ ਨਾਲ ਪਾਦਰੀ ਜਸਟਨ ਜਾਵੇਦ ਸਾਹਿਬ ਮੌਜੂਦ ਨੇ। ਤੇ ਨਾਜ਼ਰੀਨ ਜ਼ਰੂਰ ਜਦੋਂ ਤੁਸੀਂ ਉਹਨਾਂ ਦੀਆਂ ਗਵਾਹੀਆਂ ਤੇ ਗੱਲਾਂ ਸੁਣੋਗੇ ਤੇ ਬਰਕਤ ਪਾਓਗੇ। ਤੇ ਆਓ ਫਿਰ ਮੈਂ ਤੁਹਾਡੇ ਨਾਲ ਤੁਹਾਡੇ ਖਾਤਮ ਦੀ ਮੁਲਾਕਾਤ ਕਰਾਵਾਂ। ਸਲਾਮ ਭਾਈ ਸਾਹਿਬ। ਭਾਈ ਸਾਹਿਬ कैसे? गॉड ब्लेस यू, खुदावंद ने बरकत दे। थैंक यू वेरी मच। मेरा ईमान है कि पास्टर साहब ने बहुत ज़्यादा तारफ़ करवा दिता है और मेरा ईमान है कि अज दे प्रोग्राम तो तुसी बहुत बरकत पाओगे और खुदावंद ने कसरत ना बरकत देवे। और भाई साहब मैं तुहाडा शुक्रगुजार हाँ कि तुसी मैनूं इस काबिल जानिया कि मैं तुहाडे नाल मिल के इस प्रोग्राम नूं कीता जाए और लोगों तक खुदा दे कलाम दियाँ, इनकरेजमेंट दियाँ, तसल्ली दियाँ, इत्मीनान दियाँ और बेहतरीन और खूबसूरत गल्लां लोगों तक पहुँचाइयां जान। बहुत बहुत शुक्रिया ਭਾਈ ਸਾਹਿਬ। ਮੈਂ ਵੀ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ 'ਚ ਆਏ ਔਰ ਸਾਡੇ ਪ੍ਰੋਗਰਾਮ ਵਾਸਤੇ ਜਦੋਂ ਮੈਂ ਤੁਹਾਨੂੰ ਕਾਲ ਕੀਤੀ ਤੇ ਖੁਸ਼ੀ ਨਾਲ ਤੁਸੀਂ ਉਹਨੂੰ ਕਬੂਲ ਕੀਤਾ। ਔਰ ਨਾਜ਼ਰੀਨ ਖੁਦਾ ਦੇ ਖਾਦਮ ਦੀ ਜ਼ਿੰਦਗੀ ਦੇ ਵਿੱਚ ਬਹੁਤ ਗਵਾਹੀਆਂ ਨੇ ਔਰ ਯਕੀਨਨ ਤੁਸੀਂ ਇੰਤਜ਼ਾਰ ਕਰ ਰਹੇ ਹੋ ਕਿ ਅਸੀਂ ਉਹ ਗਵਾਹੀਆਂ ਸੁਣੀਏ। ਭਾਈ ਸਾਹਿਬ ਸਭ ਤੋਂ ਪਹਿਲੇ ਜ਼ਰੂਰ ਸਾਡੇ ਨਾਜ਼ਰੀਨ ਇਹ ਸੁਣਨਾ ਚਾਹੁੰਦੇ ਨੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਦਾਵੰਦ ਯਿਸੂ ਅਲ ਮਸੀਹ ਕਿਸ ਤਰ੍ਹਾਂ ਆਏ, ਕਿਸ ਤਰ੍ਹਾਂ ਤੁਸੀਂ ਖੁਦਾਵੰਦ ਯਿਸੂ ਅਲ ਮਸੀਹ ਨੂੰ ਕਬੂਲ ਕੀਤਾ। थैंक यू वेरी मच। मेरे सब तो पहले मैं दसना चाहांगा कि मेरे ਜਿਹੜੇ ਮਦਰ ਪਾਦਰੀ ਨੇ, ਪਾਦਰੀ ਮਨੀਰ ਇਕਬਾਲ ਸਾਹਿਬ ਨੇ, ਜੀ ਦੇ ਪਾਸਟਰ ਸਨ ਜੀ। ਮੈਂ ਉਹਨਾਂ ਦੀ ਵਿਸਾਸਤ ਨਾਲ ਬਪਤਿਸਮਾ ਲਿਆ ਔਰ ਖੁਦਾ ਦੇ ਵਿੱਚ ਅੱਗੇ ਵਧਿਆ ਔਰ ਪਾਸਟਰ ਦਿਲਦਾਰ ਸਾਹਿਬ ਨੇ ਜਿਹੜੇ ਮੈਨੂੰ ਚਰਚ ਤੱਕ ਲੈ ਕਰ ਆਏ ਸਨ। ਔਰ ਜਦੋਂ ਮੈਂ ਨया ਚਰਚ ਦੇ ਸ਼ਾਮਿਲ ਹੋਇਆ ਤੇ ਖਿਆਲਾਤ ਇਹਨੇ ਕੋਈ ਚੰਗੇ ਨਹੀਂ ਸਨ ਹੈਗੇ ਕਿ ਜੀ ਮੈਂ ਚਰਚ ਵਿੱਚ ਜਾ ਕੇ ਤੇ ਇਬਾਦਤ ਕਰਾਂਗਾ। ਆਏ ਤਾਂ ਪਤਾ ਨਹੀਂ ਕਿਹੜੀ ਖਿਆਲ ਦੇ ਨਾਲ ਸਨ, ਮਗਰ ਅੱਗੇ ਆ ਕੇ ਕੈਪਚਰ ਹੋ ਗਏ। ਔਰ ਖੁਦਾ ਨੇ ਫਿਰ ਐਸਾ ਜ਼ਿੰਦਗੀ 'ਚ ਕੰਮ ਕੀਤਾ। ਅੱਜ ਤੋਂ 20 ਸਾਲ ਪਹਿਲੇ 2000 ਦੇ ਵਿੱਚ ਮੇਰੀ ਜ਼ਿੰਦਗੀ ਦਾ ਆਗਾਜ਼ ਹੋਇਆ ਜਦੋਂ ਮੈਂ ਖੁਦਾ ਨੂੰ ਜਾਣ ਲਿਆ। ਤੇ ਮੈਂ ਇਹ ਸਮਝਣਾ ਕਲਾਮ ਦੇ ਮੁਤਾਬਕ ਮੇਰਾ ਚੁਣਾਵ ਜਾਂ ਖਾਦਮਾਂ ਦਾ ਚੁਣਾਵ ਜਾਂ ਖਿਦਮਤ ਗੁਜ਼ਾਰਾਂ ਦਾ ਚੁਣਾਵ ਜਾਂ ਯਿਸੂ ਮਸੀਹ ਨਾਸੀ ਤੇ ਈਮਾਨ ਲਿਆਉਣ ਵਾਲਿਆਂ ਦਾ ਚੁਣਾਵ ਉਹਨਾਂ ਦੀ ਪੈਦਾਇਸ਼ ਤੋਂ ਪਹਿਲਾਂ ਹੀ ਹੋ ਚੁੱਕਿਆ ਹੈ। ਉਹਨਾਂ ਦੇ ਖਲਕ ਹੋਣ ਤੋਂ ਪਹਿਲੇ ਹੋ ਚੁੱਕਿਆ ਪ੍ਰੇਜ਼ ਦੀ ਲਾਰਡ। ਤੇ ਇਸ ਵਾਸਤੇ ਮੈਂ ਇਹ ਸਮਝਣਾ ਕਿ ਮੇਰਾ ਵੀ ਚੁਣਾਵ ਉਦੋਂ ਤੋਂ ਹੀ ਹੋ ਚੁੱਕਿਆ ਸੀ। ਮੈਨੂੰ ਬਾਅਦ 'ਚ ਪਤਾ ਚੱਲਿਆ, ਮੈਨੂੰ 20 ਸਾਲ ਪਹਿਲੇ ਪਤਾ ਚੱਲਿਆ ਕਿ ਮੈਂ ਤਾਂ ਚੁਣਿਆ ਗਿਆ ਦਾ ਵਾਂ। ਲੇਕਿਨ ਇਹ ਵੱਡੀ ਗੱਲ ਹੈ ਕਿ ਤੁਹਾਨੂੰ ਪਤਾ ਚੱਲ ਜਾਏ ਤੇ ਤੁਸੀਂ ਉਹਨੂੰ ਕਬੂਲ ਕਰ ਲਓ ਔਰ ਆਪਣੇ ਬੁਲਾਵੇ ਦੇ ਮੁਤਾਬਿਕ ਆਪਣੇ ਆਪ ਨੂੰ ਪੇਸ਼ ਕਰ ਦਿਓ। ਇਹ ਸਭ ਤੋਂ ਵੱਡੀ ਗੱਲ ਹੈ। ਭਾਈ ਸਾਹਿਬ ਜਿਸ ਵੇਲੇ ਤੁਸੀਂ ਯਿਸੂ ਮਸੀਹ ਨੂੰ ਕਬੂਲ ਕੀਤਾ ਸੀ ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ? ਮੇਰੀ ਉਮਰ ਉਦੋਂ ਤਕਰੀਬਨ ਕੋਈ 20-22 ਸਾਲ ਦੇ ਕਰੀਬ ਸੀ ਜਦੋਂ ਮੈਂ ਖੁਦਾਵੰਦ ਨੂੰ ਕਬੂਲ ਕੀਤਾ ਔਰ ਇੱਕ ਬੜਾ ਜ਼ਿੰਦਗੀ ਦੇ ਵਿੱਚ ਇਤਮਾਨਾਨ ਹੋਇਆ ਔਰ ਬੜਾ ਮਾਯੂਸ ਸਾਂ। ਕੋਈ ਨੌਕਰੀ ਨਹੀਂ ਮਿਲਦੀ ਸੀ, ਕੋਈ ਜੌਬ ਨਹੀਂ ਮਿਲਦੀ ਸੀ, ਬਲਕਿ ਖੁਦਾ ਨੂੰ ਕਬੂਲ ਕਰਨ ਤੋਂ ਪਹਿਲੇ ਮੈਂ ਮਿਸਤਰੀਆਂ ਦਾ ਦਿਹਾੜੀਆਂ ਕਰਨਾ ਹੁੰਦਾ ਸਾਂ ਔਰ ਦਿਹਾੜੀਆਂ ਕਰਨ ਤੋਂ ਬਾਅਦ ਇੱਕ ਅੱਛਾ ਮਿਸਤਰੀ ਵੀ ਆ, ਮਿਸਤਰੀਆਂ ਦਾ ਕੰਮ ਕਰਨਾ ਸਾਂ। ਉੱਥੇ ਮੈਨੂੰ ਉਹ ਬੰਦਾ ਮਿਲਿਆ ਪਾਦਰੀ ਦਿਲਦਾਰ ਔਰ ਉਹਨੇ ਮੈਨੂੰ ਇੱਕ ਕਿਤਾਬ ਦਿੱਤੀ। ਉਹਨੇ ਕਿਹਾ ਭਾਈ ਆਹ ਕਿਤਾਬ ਲੈ, ਪੜ੍ਹਨਾ ਤੇ ਤੁਹਾਡੀ ਜ਼ਿੰਦਗੀ ਬਦਲ ਜਾਏਗੀ। ਮੈਂ ਕਿਹਾ ਯਾਰ ਮੇਰੀ ਜ਼ਿੰਦਗੀ ਕਿੱਥੇ ਬਦਲਣੀ ਹੈ ਯਾਰ, ਇਹ ਤਾਂ ਬੜੀ ਅਜੀਬ ਜਿਹੀ ਜ਼ਿੰਦਗੀ ਆ। ਚਰਸ ਪੀਂਦੇ ਸਾਂ ਤੇ ਅਸੀਂ 4-5 ਮੁੰਡੇ ਸ਼ਾਮ ਨੂੰ ਇਕੱਠੇ ਹੋ ਕੇ ਬੈਠ ਕੇ ਸੂਟਾ ਲਾਣੇ ਹੁੰਦੇ ਸਾਂ ਤੇ ਪਾਦਰੀ ਸਾਹਿਬ ਨੇ ਆਣਾ ਤੇ ਅਸੀਂ ਉਹਨੂੰ ਤੰਗ ਕਰਨਾ। ਉਹਨੇ ਬਾਈਬਲ ਪਕੜੀ ਹੋਣੀ ਇਸ ਤਰ੍ਹਾਂ ਤੇ ਅਸੀਂ ਜਨਾਬ ਰਸਤੇ ਦੇ 'ਚ ਰੁਕ ਜਾਣਾ 4-5 ਮੁੰਡਿਆਂ ਨੇ ਤੇ ਉਹਨਾਂ ਨੂੰ ਮਜ਼ਾਕ ਕਰਨਾ। ਇੱਕ ਦਿਨ ਉਹਨੇ ਮੈਨੂੰ ਜਦੋਂ ਕਿਤਾਬ ਦਿੱਤੀ ਕਿ ਭਾਈ ਸਾਹਿਬ ਇਹ ਕਿਤਾਬ, ਮੈਨੂੰ ਕਿਹਾ ਭਾਈ ਸਾਹਿਬ ਇਹ ਕਿਤਾਬ ਪੜ੍ਹਨਾ ਤੁਹਾਡੀ ਜ਼ਿੰਦਗੀ ਬਦਲ ਜਾਏਗੀ। ਮੈਂ ਉਹ ਕਿਤਾਬ ਤੇ ਨਹੀਂ ਪੜ੍ਹ ਸਕਿਆ। ਫਿਰ ਉਹਨੇ ਮੈਨੂੰ ਦਾਵਤ ਦਿੱਤੀ ਕਿ ਯੂਪੀ ਚਰਚ ਰਾਜਾ ਬਾਜ਼ਾਰ ਇੱਕ ਪ੍ਰੋਗਰਾਮ ਹੈ, ਇੱਕ ਗੁਰਾ ਆ ਰਿਹਾ ਉੱਥੇ ਤੇ ਤੁਸੀਂ ਜ਼ਰੂਰ ਉੱਥੇ ਯੂਥ ਦੇ ਲੋਕ ਹੋਣਗੇ, ਤੁਹਾਨੂੰ ਬੜਾ ਉੱਥੇ ਮੈਂ ਆਇਆ ਤੇ ਮੈਨੂੰ ਬੜਾ ਮਜ਼ਾ ਆਇਆ, ਬੜਾ ਚੰਗਾ ਲੱਗਾ। ਤੇ ਕੱਪੜੇ ਉਦੋਂ ਮਿਸਤਰੀਆਂ ਵਾਲੇ ਅਸੀਂ ਪਾਏ ਦੇ ਸਨ, ਸ਼ਲਵਾਰ ਕਮੀਜ਼ ਤੇ ਖੇੜੀ ਚੱਪਲ ਤੇ ਚਾਦਰ ਦੀ ਬੁੱਕਲ ਮਾਰੀ ਦੀ ਸੀ ਤੇ ਬੜੀ ਸ਼ਰਮ ਵੀ ਆਏ ਯਾਰ ਇਹ ਲੋਕਾਂ ਨੇ ਤੇ ਬੜੇ ਚੰਗੇ ਜਿਹੇ ਡਰੈਸ ਪਾਏ ਦੇ ਨੇ, ਬੜੇ ਵੀਆਈਪੀ ਜਿਹੇ ਬਣੇ ਨੇ, ਬੜੇ ਯਾਰ ਤਿਆਰ ਸ਼ਿਆਰ ਹੋਏ ਦੇ ਨੇ ਤੇ ਅਸੀਂ ਇਹਨਾਂ 'ਚ ਕੀ ਲੱਗ ਰਹੇ ਹਾਂ। ਖਰੇ ਖਾਣਾ ਖੁਣਾ ਨਹੀਂ ਉਹਨਾਂ ਨੇ ਖਾਧਾ, ਅਸੀਂ ਉੱਠ ਕੇ ਚਲੇ ਗਏ ਬਾਹਰ। ਮਗਰ ਉਸ ਤੋਂ ਬਾਅਦ ਉਸ ਫਿਰ ਮੈਨੂੰ ਪਾਦਰੀ
ਦਿਲਦਾਰ ਸਾਹਿਬ ਨੇ ਪਾਦਰੀ ਮਨੀਰ ਇਕਬਾਲ ਸਾਹਿਬ ਦੇ ਚਰਚ ਲੈ ਆਂਦਾ, ਉੱਥੇ ਤਾਲਫ ਕਰਾਇਆ। ਉੱਥੇ ਬੜੇ ਜ਼ਬਰਦਸਤ ਨੌਜਵਾਨ ਸਨ, ਯੰਗ ਸਨ, ਬੇਟੀਆਂ ਬੇਟੇ, ਉਹਨਾਂ ਨੇ ਇੱਕ ਅੱਛੀ ਰਫਾਕਤ ਹੋਈ ਔਰ ਉਹ ਬੜੇ ਦੁਆ ਕਰਨ ਵਾਲੇ ਲੋਕ ਸਨ, ਰੋਜ਼ੇ ਰੱਖ ਕੇ ਦੁਆ ਕਰਨਾ। ਉਹਨਾਂ ਤੋਂ ਮੈਨੂੰ ਬੜੀ ਇਨਕਰੇਜਮੈਂਟ ਮਿਲੀ। ਫਿਰ ਪਾਦਰੀ ਸਾਹਿਬ ਨੇ ਕਲਾਮ ਸੁਣਾਉਣਾ ਸ਼ੁਰੂ ਕੀਤਾ, ਫਿਰ ਕਲਾਮ ਸਿੱਖਣਾ ਸ਼ੁਰੂ ਕੀਤਾ। ਕਲਾਮ ਨੇ ਬੜਾ ਤੋੜਿਆ, ਅਸਰ ਕੀਤਾ। ਫਿਰ ਉਹਨਾਂ ਕਿਹਾ ਜੀ ਬਪਤਿਸਮਾ ਵੀ ਲੈਣਾ ਜ਼ਰੂਰੀ ਹੈ। ਫਿਰ ਬਪਤਿਸਮਾ ਲਿਆ, ਫਿਰ ਖੁਦਾ ਨੇ ਜ਼ਿੰਦਗੀ 'ਚ ਕਸਰਤ ਨਾਲ ਕੰਮ ਕੀਤਾ। ਪਾਦਰੀ ਸਾਹਿਬ, ਜਿਸ ਟਾਈਮ ਤੁਸੀਂ ਯਿਸੂ ਨੂੰ ਕਬੂਲ ਕੀਤਾ ਸੀ, ਤੁਸੀਂ ਦੱਸਿਆ ਕਿ ਕਲਾਮ ਬੜਾ ਜ਼ਬਰਦਸਤ ਸੀ। ਤੁਹਾਨੂੰ ਯਾਦ ਹੈ ਕਿ ਉਹ ਕਿਹੜੀ ਆਇਤ ਸੇ ਕਲਾਮ ਖੁਦਾ ਦੇ ਖਾਦਮ ਨੇ ਸੁਣਾਇਆ ਸੀ? ਮੈਨੂੰ 2-3 ਆਇਤਾਂ ਜਿਹੜੀਆਂ ਨਾ ਉਹ ਅੱਜ ਤੱਕ ਵੀ ਯਾਦ ਨੇ। ਪਹਿਲੇ ਤਾਂ ਜਦੋਂ ਉਹਨੇ ਮੈਨੂੰ ਕਲਾਮ ਸੁਣਾਇਆ ਔਰ ਯਿਸੂ ਮਸੀਹ ਨਾਸੀ ਦੇ ਤਲਕ ਨਾਲ ਕਲਾਮ ਸੁਣਾਇਆ ਕਿ ਉਹ ਹਮਾਰਾ ਸਾਡਾ ਨਜਾਤ ਦਿੰਦਾ, ਸਾਡੇ ਗੁਨਾਹਾਂ ਦੀ ਖਾਤਰ ਉਸਨੇ ਆਪਣੀ ਜਾਨ ਦਿੱਤੀ, ਤੇ ਮੈਂ ਉਹਨੂੰ ਕਿਹਾ ਜੀ ਮੈਂ ਤਾਂ ਹੈ ਹੀ ਨਹੀਂ ਸੀ, ਤੇ ਮੇਰੇ ਲਈ ਕਾਹਦੀ। ਮੈਂ ਬਲਕਿ ਉਸ ਪਾਦਰੀ ਨੂੰ ਨਾ ਇੱਕ ਮਜ਼ਾਕ ਕੀਤਾ, ਬਲਕਿ ਉਹਦੇ ਵਾਲੇ ਸਾਹਿਬ ਨੇ ਮਜ਼ਾਕ ਕੀਤਾ। ਮੈਂ ਕਿਹਾ ਜੀ ਖੁਦਾਵੰਦ ਮਾਫ ਕਰਨਾ, ਐਸੀ ਗੱਲ ਨਹੀਂ ਕਰਨੀ ਚਾਹੀਦੀ, ਲੇਕਿਨ ਮੈਂ ਗਵਾਹੀ ਦੇ ਤੌਰ ਤੇ ਮੈਂ ਅਣਜਾਣ ਸਾਂ, ਮੈਨੂੰ ਪਤਾ ਨਹੀਂ ਸੀ ਹੈਗਾ। ਇਸ ਲਈ ਮੈਂ ਦੱਸਣਾ ਚਾਹ ਰਿਹਾ ਕਿ ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਔਰ ਇੰਝ ਗੱਲ ਕਰ ਦਿੰਦੇ ਨੇ। ਮੈਂ ਉਹਨੂੰ ਕਿਹਾ ਜੀ ਸਾਡੀ ਖਾਤਰ ਕਿਉਂ ਉਹਨੇ ਸੂਲੀ ਚੜਿਆ ਸੀ, ਤੁਸੀਂ ਸਿੱਧੀ ਸਿੱਧੀ ਕਿਉਂ ਨਹੀਂ ਕਹਿੰਦੇ ਕਿ ਉਹਨਾਂ ਯਹੂਦੀਆਂ ਦੀ ਕੁੜੀ ਨੂੰ ਛੇੜਿਆ ਸੀ ਤਾਂ ਉਹਨਾਂ ਸੂਲੀ ਝਾੜ ਦਿੱਤਾ ਸੀ। ਉਹ ਮੇਰੇ ਗੋਦਾਰ ਗੱਲ ਪੈ ਗਿਆ। ਉਹਨੇ ਕਿਹਾ ਜੀ ਇਹ ਪਾ ਦਿੱਤੇ ਨੇ ਮੁੰਡੇ ਨੇ, ਕਿਤੇ ਇਹ ਕਰ ਦਿੱਤਾ, ਗਲਤ ਗੱਲਾਂ ਕੀਤੀਆਂ ਨੇ। ਮਗਰ ਉਹਨੇ ਜਦੋਂ ਕਲਾਮ ਸੁਣਾਇਆ ਮੈਨੂੰ ਯਿਸੂ ਮਸੀਹ ਨਾਸਰੀ ਦੇ ਕਫਾਰੇ ਦੇ ਬਾਰੇ ਦੇ ਵਿੱਚ, ਨਜਾਤ ਦੇ ਬਾਰੇ 'ਚ ਕਿ ਮੈਂ ਨਜਾਤ ਪਾਤਾ, ਉਹਨੇ ਕਿਹਾ ਗੁਨਾਹਗਾਰ ਲਈ। ਮੈਂ ਕਿਹਾ ਯਾਰ ਮੇਰੇ ਗੁਨਾਹ ਇੰਨੇ ਨੇ, ਯਿਸੂ ਮੈਨੂੰ ਕਿੰਜ ਮਾਫ ਕਰ ਸਕਦਾ? ਉਹਨੇ ਕਿਹਾ ਯਿਸੂ ਨੇ ਤੁਹਾਨੂੰ ਚੁਣਿਆ ਹੈ। ਮੈਂ ਇਸ ਗੱਲ ਤੇ ਯਕੀਨ ਹੀ ਨਹੀਂ ਕੀਤਾ। ਮੈਂ ਕਿਹਾ ਮੈਂ ਕਿਵੇਂ ਚੁਣਿਆ ਸਕਦਾ, ਮੈਂ ਤਾਂ ਗੁਨਾਹਗਾਰ ਹਾਂ। ਉਹਨੇ ਗੱਲ ਕੀਤੀ, ਉਹਨੇ ਕਿਹਾ ਯਿਸੂ ਗੁਨਾਹਗਾਰਾਂ ਵਾਸਤੇ ਤੇ ਆਇਆ ਸੀ, ਉਹ ਤੂੰ ਗੁਨਾਹਗਾਰ ਹੈ, ਤੇਰੇ ਲਈ ਤੇ ਆਇਆ ਉਹ, ਤੇਰੇ ਲਈ ਤੇ ਬੁਲਾਉਣ ਡਿਆ ਦਾ ਮੈਂ। ਉਸ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਮੈਂ ਖਿਦਮਤ ਦਾ ਆਗਾਜ਼ ਕੀਤਾ, ਇੱਕ ਆਇਤ ਅੱਜ ਤੱਕ ਮੈਨੂੰ ਯਾਦ ਹੈ ਔਰ ਮੈਂ ਉਸੇ ਆਇਤ ਨੂੰ ਲੈ ਕੇ ਅੱਜ ਵੀ ਉਹ ਗੱਲ ਕਰਨਾ ਵਾ। ਕਲਾਮ 'ਚ ਲਿਖਿਆ ਹੈ, ਜੋ ਵੀ ਕਰੋ ਜੀ ਨਾ ਕਰੋ ਇਹ ਜਾਣ ਕੇ ਕਿ ਖੁਦਾਵੰਦ ਲਈ ਕਰ। ਹਾਲੇਲੂਇਆ, ਪ੍ਰੇਜ਼ ਦੀ ਲਾਰਡ ਸੀ। ਪ੍ਰੇਜ਼ ਦੀ ਲਾਰਡ। ਭਾਈ ਸਾਹਿਬ, ਬੜੀ ਹੀ ਜ਼ਬਰਦਸਤ ਗਵਾਹੀ ਹੈ। ਔਰ ਨਾਜ਼ਰੀਨ, ਅੱਜ ਵੀ ਸਾਡੇ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਸ਼ਾਇਦ ਇਹ ਸੋਚਦੇ ਨੇ ਕਿ ਯਿਸੂ ਮਸੀਹ ਨੇ ਸਾਡੇ ਵਾਸਤੇ ਜਾਨ ਨਹੀਂ ਦਿੱਤੀ। ਯਿਸੂ ਮਸੀਹ ਨੇ, ਯਾਦ ਰੱਖੋ, ਕਿ तमाम ਬਣੀ ਨੂੰ ਇਨਸਾਨ ਵਾਸਤੇ ਜਾਨ ਦਿੱਤੀ ਹੈ। ਉਹ ਇਸ ਲਈ ਦਿੱਤੀ ਹੈ ਕਿ ਉਹ ਆਦਮ ਜਿਹੜਾ ਬਾਪ ਕੋਲੋਂ ਵਿਛੜਿਆ ਹੋਇਆ ਸੀ, ਉਹ ਬਾਪ ਨਾਲ ਮਿਲ ਜਾਏ, ਤੇ ਅਸੀਂ ਉਹ ਆਦਮ ਆ, ਅਸੀਂ ਉਹ ਆਦਮ ਦੀ ਔਲਾਦ ਆ, ਅਸੀਂ ਗੁਨਾਹ ਦੇ ਵਿੱਚ ਪੈਦਾ ਹੋਇਆ। ਕਲਾਮ 'ਚ ਵੇਖਿਆ ਲਿਖਿਆ ਨਾ ਕਿ ਸਾਰਿਆਂ ਨੇ ਗੁਨਾਹ ਕੀਤਾ ਤੇ ਅਸੀਂ ਖੁਦਾ ਦੇ ਜਲਾਲ ਤੋਂ ਮਹਿਰੂਮ ਆ, ਤੇ ਅਸੀਂ ਉਹ ਮਹਿਰੂਮ ਆ। ਅਸੀਂ ਸਾਡੀ ਮਹਿਰੂਮੀਅਤ ਉਦੋਂ ਹੀ ਮੁੱਕ ਸਕਦੀ ਹੈ ਜਿਸ ਵੇਲੇ ਅਸੀਂ ਆਪਣੇ ਨਜਾਤ ਦਹਿੰਦਾ ਖੁਦਾਵੰਦ ਯਿਸੂ ਅਲ ਮਸੀਹ ਨੂੰ ਕਬੂਲ ਕਰਾਂਗੇ। ਪਾਦਰੀ ਸਾਹਿਬ, ਪਾਸਬਾਨੀ ਖਿਦਮਤ ਤੁਸੀਂ ਕਰ ਰਹੇ ਹੋ ਹੁਣ, ਤੁਸੀਂ ਇਸ ਵੇਲੇ ਇੱਕ ਕਲੀਸਿਆ ਦੇ ਪਾਸਬਾਨ ਹੋ। ਪਾਸਬਾਨੀ ਖਿਦਮਤ ਵਾਸਤੇ ਖੁਦਾ ਨੇ ਤੁਹਾਨੂੰ ਕਦੋਂ ਬੁਲਾਇਆ? ਮੈਂ ਸਮਝਣਾ ਕਿ ਮੈਂ ਬੁਲਾਏ ਪਾਸਬਾਨੀ ਖਿਦਮਤ ਲਈ ਗਿਆ ਸਾਂ ਜਦੋਂ ਮੈਂ ਯੰਗ ਸੀ। ਮੈਂ ਉਦੋਂ ਯੂਥ ਦੇ ਵਿੱਚ ਕੰਮ ਕਰ ਰਿਹਾ ਸਾਂ ਔਰ ਇਮੀਡੀਏਟਲੀ ਮੈਂ ਬੜੇ ਪੈਸ਼ਨ ਨਾਲ ਕੰਮ ਕਰਨਾ ਹੁੰਦਾ ਸੀ। ਮੈਨੂੰ ਬਹੁਤ ਜਜ਼ਬਾ ਸੀ ਕੰਮ ਕਰਨ ਦਾ। ਜੋ ਮੈਂ ਇਹ ਨਹੀਂ ਫਰਕ ਕੀਤਾ ਕਿ ਮੈਂ ਪੜ੍ਹਿਆ ਲਿਖਿਆ ਜਾਂ ਜਿੱਦਾਂ ਮੈਂ ਨਹੀਂ ਕਰਨਾ। ਮੈਂ ਭਾਂਡੇ ਧੋਣ ਤੋਂ, ਦਰੀਆਂ ਚੁੱਕਣ ਤੋਂ, ਸਫਾਈ ਕਰਨ ਤੋਂ, ਕੁਰਸੀਆਂ ਲਾਉਣ ਤੋਂ, ਡਸਟਿੰਗ ਕਰਨ ਤੋਂ, ਇਹ ਸਾਰੇ ਦੇ ਸਾਰੇ ਕੰਮ ਕਰਦਾ ਰਿਹਾ। ਚਰਚ ਦੇ ਵਿੱਚ ਮੈਂ ਕਰਦਾ ਰਿਹਾ ਔਰ ਖੁਦਾ ਨੇ ਮੈਨੂੰ ਬਲੈਸ ਕੀਤਾ। ਔਰ ਪਹਿਲਾ ਪ੍ਰੋਗਰਾਮ ਜਦੋਂ ਮੈਰਲਨ ਹਿੱਕੀ ਦਾ 2003 ਦੇ ਵਿੱਚ ਹੋਇਆ, ਉੱਥੇ ਮੈਨੂੰ ਉਹਨਾਂ ਨੇ ਬੁਲਾਇਆ, ਇੱਕ ਮੇਨ ਟੀਮ ਦਾ ਹਿੱਸਾ ਬਣਿਆ ਔਰ ਮੈਂ ਉਸ ਪ੍ਰੋਗਰਾਮ ਦੇ ਵਿੱਚ ਮੈਂ ਦਿਨ ਰਾਤ ਜ਼ੋਰ ਮਾਰ ਕੇ ਇਸ਼ਤਿਹਾਰ ਵੀ ਲਗਾਉਂਦਾ ਰਿਹਾ, ਬਸ ਸਭ ਕੁਝ ਕਰਦਾ ਰਿਹਾ। ਲੇਕਿਨ ਮੈਂ ਗੱਲ ਜਿਹੜੀ ਤੁਸੀਂ ਅੱਗੇ ਬੜੀ ਖੂਬਸੂਰਤ ਕਲਾਮ ਦੀ ਕੀਤੀ ਕਿ ਇੱਕ ਗੱਲ ਜ਼ਿਹਨ 'ਚ ਬਹਿ ਗਈ ਕਿ ਸਿਰਫ ਯਿਸੂ ਮਸੀਹ ਨਾਸਰੀ ਮੇਰੇ ਵਾਸਤੇ ਹੀ ਨਹੀਂ, ਸਿਰਫ ਸਾਡੇ ਲਈ ਨਹੀਂ, ਬਲਕਿ तमाम ਬਣੀ ਨੂੰ ਇਨਸਾਨ ਵਾਸਤੇ ਨਜਾਤ ਦਾ ਵਸੀਲਾ ਹੈ। ਜਿਹੜਾ ਵੀ ਉਹਦੇ ਤੇ ਈਮਾਨ ਲਿਆਂਦਾ, ਜਿਹੜਾ ਵੀ, ਜਿਹੜੇ ਤੋਂ ਮੁਰਾਦ ਹੈ ਕਿ ਕੋਈ ਵੀ ਹੈ, ਚਾਹੇ ਮਸੀਹ ਹੈ, ਗੈਰ ਮਸੀਹ ਹੈ, ਕੋਈ ਵੀ ਬੰਦਾ ਹੈ, ਜਦੋਂ ਯਿਸੂ ਮਸੀਹ ਨਾਸਰੀ ਤੇ ਈਮਾਨ ਲੈਂਦਾ ਹੈ ਤੇ ਫਿਰ ਉਹ ਨਜਾਤ ਪਾ ਜਾਂਦਾ ਹੈ। ਹਾਲੇਲੂਇਆ। ਤੇ ਹਰ ਨਜਾਤ ਯਾਫਤਾ, ਹਰ ਨਜਾਤ ਪਾਉਣ ਵਾਲਾ ਬੰਦਾ, ਯਿਸੂ ਮਸੀਹ ਨਾਸਰੀ ਤੇ ਈਮਾਨ ਲਿਆਉਣ ਵਾਲਾ ਬੰਦਾ, ਉਹ ਖੁਦਾ ਦਾ ਫਰਜ਼ੰਦ ਹੈ, ਬੇਟਾ ਹੈ, ਬੇਟਾ ਔਰ ਬੇਟੀ ਹੈ, ਜਿਹੜਾ ਵੀ ਯਿਸੂ ਤੇ ਕਬੂਲ ਈਮਾਨ ਲਿਆਂਦਾ ਹੈ। ਤੇ ਫਿਰ ਮੈਂ ਇੱਕ ਇਹਦੇ ਤੇ ਅਕਸਰ ਗੱਲ ਕਰਨਾ ਹੁੰਦਾ, ਤੁਹਾਡੇ ਵੀ ਬੱਚੇ ਨੇ ਹੋਣਗੇ, ਮੇਰੇ ਵੀ ਬੱਚੇ ਨੇ, ਉਹ ਘਰ ਦੇ ਵਿੱਚ ਕੰਮ ਕਰਦੇ ਨੇ ਛੋਟਾ ਮੋਟਾ, ਕੋਈ ਮਹਿਮਾਨ ਆ ਜਾਏ, ਪਾਣੀ ਦੇ ਦੇ, ਇਹ ਕਰਦੇ, ਉਹ ਕਰਦੇ।
ਉਹ ਕੰਮ ਕਰਨ ਤੋਂ ਬਾਅਦ ਕਦੀ ਵੀ ਨਹੀਂ ਇਹ ਕਹਿੰਦੇ ਕੱਢ ਮੈਨੂੰ ਪੈਸੇ, ਮੈਂ ਕੰਮ ਕੀਤਾ। ਉਹ ਪੈਸੇ ਲਈ ਕੰਮ ਨਹੀਂ ਕਰਦੇ। ਉਹ ਪਤਾ ਕਿਉਂ ਕਰਦੇ ਨੇ? ਉਹ ਕਹਿੰਦੇ ਨੇ ਅਸੀਂ ਇਸ ਘਰ ਦੇ ਮਾਲਿਕ ਹਾਂ, ਆਪਣੇ ਬਾਪ ਦੀ ਖੁਸ਼ੀ ਵਾਲਾ ਕੰਮ ਕਰਦੇ ਨੇ, ਆਪਣੇ ਮਾਂ-ਬਾਪ ਦੀ ਤਾਬੇਦਾਰੀ ਵਾਸਤੇ ਕੰਮ ਕਰਦੇ ਨੇ, ਉਸ ਘਰ ਦੇ ਮਾਲਿਕ ਹੁੰਦਿਆਂ ਹੋਇਆ ਕੰਮ ਕਰਦੇ ਨੇ। ਮੈਂ ਦੱਸਣਾ ਇਹ ਚਾਹ ਰਿਹਾ, ਜਦੋਂ ਅਸੀਂ ਬੇਟੇ ਹੋ ਕੇ ਕੰਮ ਕਰਨੇ ਆ ਨਾ, ਫਿਰ ਬਗੈਰ ਲਾਲਚ ਤੋਂ ਮਜ਼ਦੂਰੀ ਤੋਂ ਕਰਨੇ ਆ। ਯਾਦ ਰੱਖਣਾ, ਮਜ਼ਦੂਰ ਮਜ਼ਦੂਰੀ ਲਈ ਕੰਮ ਕਰਦਾ ਜੀ, ਪਰ ਬੱਚੇ ਆਪਣੇ ਬਾਪ ਦੀ ਤੇ ਘਰ ਦੀ ਖੁਸ਼ੀ ਲਈ ਤੇ ਇੱਜ਼ਤ ਲਈ ਕੰਮ ਕਰਦੇ ਨੇ। ਭਾਈ ਸਾਹਿਬ, ਮੈਂ ਇੱਕ ਸ਼ਖਸ ਨਾਲ ਮਿਲਿਆ ਜੀ, ਤੇ ਕਾਫੀ ਪੈਸੇ ਵਾਲਾ ਬੰਦਾ ਸੀ ਤੇ ਮੈਂ ਉਹਦੇ ਨਾਲ ਕਲਾਮ ਕਰ ਰਿਹਾ ਸਾਂ, ਕਲਾਮ ਦੀ ਗੱਲਬਾਤ ਕਰ ਰਿਹਾ ਸਾਂ, ਤੇ ਉਹਨੇ ਮੈਨੂੰ ਕਿਹਾ ਭਾਈ ਸਾਹਿਬ ਵੇਖੋ ਮੇਰੇ ਕੋਲ ਬਰਕਤਾਂ ਵੀ ਨੇ, ਮੇਰੇ ਕੋਲ ਇੱਜ਼ਤ ਵੀ ਹੈ। ਤੇ ਮੈਂ ਗੱਲ ਇਹ ਉਹਦੇ ਨਾਲ ਕਰ ਰਿਹਾ ਸਾਂ ਕਲਾਮ ਦੀ ਕਿ ਖੁਦਾ ਸਾਡੀ ਇੱਜ਼ਤ ਵਧਾਉਣਾ ਚਾਹੁੰਦਾ ਹੈ, ਸਾਨੂੰ ਖੁਦਾ ਆਪਣੀ ਬਾਦਸ਼ਾਹ ਦੇ ਵਿੱਚ ਦਾਖਲ ਕਰਕੇ ਤੇ ਸਾਨੂੰ ਤਖਤਾਂ ਦੇ ਨਾਲ ਬਿਠਾਉਣਾ ਚਾਹੁੰਦਾ, ਆਪਣੇ ਨਾਲ ਬਿਠਾਉਣਾ ਚਾਹੁੰਦਾ। ਤੇ ਮੈਂ ਕਿਹਾ ਸਾਡੀ ਇੱਜ਼ਤ ਵਧਾਉਣਾ ਚਾਹੁੰਦਾ, ਤੇ ਉਹਨੇ ਇਹ ਗੱਲ ਕੀਤੀ। ਉਹਨੇ ਕਿਹਾ ਵੇਖੋ ਮੇਰੇ ਕੋਲ ਗੱਡੀ ਵੀ ਹੈ, ਮੇਰੇ ਕੋਲ ਪੈਸਾ ਵੀ ਹੈ, ਮੇਰੇ ਕੋਲ ਇੱਜ਼ਤ ਵੀ ਹੈ, ਸਭ ਕੁਝ, ਹੋਰ ਮੈਨੂੰ ਕਿਹੜੀ ਇੱਜ਼ਤ ਚਾਹੀਦੀ ਹੈ? ਤੇ ਮੈਂ ਉਹਨੂੰ ਆਖਿਆ ਕਿ ਭਾਈ ਜੀ ਸਾਡੀ ਜ਼ਿੰਦਗੀ ਜਿਹੜੀ ਹੈ ਨਾ, ਜਿੰਨੀ ਦੇਰ ਤੱਕ ਮਸੀਹ 'ਚ ਨਹੀਂ ਹੈ ਉਨੀ ਦੇਰ ਤੱਕ ਸਾਡੀ ਇਹ ਇੱਜ਼ਤ ਭਾਵੇਂ ਜਿੰਜ ਦੀ ਵੀ ਹੈ, ਉਹ ਇੱਜ਼ਤ ਨਹੀਂ ਬਣ ਸਕਦੀ। ਤੇ ਮੈਂ ਸਮਝਦਾ ਤੁਹਾਡੀ ਜ਼ਿੰਦਗੀ ਵਿੱਚ ਸਭ ਤੋਂ ਜਿਹੜੀ ਖੂਬਸੂਰਤ ਇਹ ਗਵਾਹੀ ਹੈ ਕਿ ਤੁਸੀਂ ਉਸ ਖੁਦਾ ਦੇ ਕਲਾਮ ਨੂੰ ਆਪਣੀ ਜ਼ਿੰਦਗੀ 'ਚ ਅਪਣਾਇਆ, ਮੁਕੰਮਲ ਤੌਰ ਤੇ ਖੁਦਾ ਨੂੰ ਤੁਸੀਂ ਦੱਸ ਰਹੇ ਸੋ ਕਿ ਇਹ ਗੱਲ ਥੋੜੀ ਦੇਰ ਪਹਿਲਾਂ ਤੁਸੀਂ ਕੀਤੀ ਕਿ ਯੂਥ ਦਾ ਇੱਕ ਮੇਨ ਪ੍ਰੋਗਰਾਮ ਦੇ ਵਿੱਚ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਸ ਵੇਲੇ ਮੈਂ ਵੀ ਹੈ ਸਾਂ ਉਸ ਪ੍ਰੋਗਰਾਮ ਦੇ ਵਿੱਚ, 2003 ਵਿੱਚ ਮੈਰੀਲੈਂਡ ਨਿੱਕੀ ਦਾ ਹੋਇਆ ਸੀ। ਉਹਦੇ ਵਿੱਚ ਮੈਂ ਆਪਣੀ ਅੱਖਾਂ ਨਾਲ ਵੇਖਿਆ ਸੀ ਕਿ ਤੁਸੀਂ ਸਿਕਿਉਰਿਟੀ ਦੇ ਖਿਦਮਤ ਸਰੰਜਾਮ, ਮੈਂ ਫਾਈਨੈਂਸ ਦਾ ਜਿਹੜਾ ਸੈਕਟਰੀ ਸਾਂ, ਫਾਈਨੈਂਸ ਦਾ ਇੱਕ ਵੱਡੀ ਖਿਦਮਤ ਹੈ। ਲਾਹੌਰ ਦੇ ਵਿੱਚ ਪ੍ਰੋਗਰਾਮ ਹੋਇਆ ਸੀ, ਅੱਛਾ ਲੇਕਿਨ ਸਟੇਡੀਅਮ 'ਚ, ਜਿਹੜੇ ਤੁਸੀਂ ਬੰਦੇ ਦੀ ਗੱਲ ਕੀਤੀ ਹੈ, ਗੱਡੀ ਦੀ, ਚੀਜ਼ਾਂ ਦੀ, ਇੱਜ਼ਤ ਦੀ। ਅਲੂਸ ਕਹਿੰਦਾ ਹੈ ਦੁਨੀਆ की सारी चीज़ें को मैं कूड़ा और क्रिकेट समझता हूँ। ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹ ਸਾਡੀ ਨਿਗਾਹ ਦੇ ਵਿੱਚ ਕੋਈ ਅਹਿਮੀਅਤ ਨਹੀਂ ਰੱਖਦੀਆਂ। ਠੀਕ ਹੈ, ਸਟੇਟਸ ਵਾਸਤੇ ਜ਼ਰੂਰੀ ਵੀ ਨੇ, ਮਗਰ ਯਿਸੂ ਮਸੀਹ ਵਿੱਚ ਇਹ ਚੀਜ਼ਾਂ ਦੀ ਕੋਈ ਵੈਲਿਊ नहीं। कलाम के अंदर पहले ढूंढो उसकी बादशाही तो ये सारी चीजें तुम्हें इनाम में मिल जाएंगी। ये चीज़ां जिन्हां लई दुनिया दौड़दी है ना, साडे लई ते इनाम ने। इनाम करन वास्ते एक ही काम ਕੀਤਾ ਜਾਂਦਾ, ਤੁਸੀਂ ਕਿਸੇ ਕੋਈ ਸਪੈਸੀਫਿਕ ਟਾਸਕ ਦਿੱਤਾ ਜਾਂਦਾ, ਤੁਸੀਂ ਉਹਨੂੰ ਜਿੱਤਦੇ ਹੋ, ਵਿਨ ਕਰਦੇ ਹੋ, ਤੇ ਤੁਹਾਨੂੰ ਇਨਾਮ ਦੇ ਤੌਰ ਤੇ ਦਿੱਤੀਆਂ ਜਾਂਦੀਆਂ ਚੀਜ਼ਾਂ। ਇਹ ਦੁਨੀਆ ਦੀ ਜਿਹੜੀ ਸ਼ਾਨ ਸ਼ੌਕਤ ਹੈ ਤੇ ਇਨਾਮ ਦੇ ਵਿੱਚ ਮਿਲਦੀਆਂ ਸਾਨੂੰ। ਔਰ ਦੂਸਰੀ ਮੈਂ ਦੱਸਣਾ ਕਿ ਜਦੋਂ ਪਹਿਲੀ ਵਾਰੀ ਮੈਂ ਉਸ ਪ੍ਰੋਗਰਾਮ ਦੇ ਵਿੱਚ ਬੁਲਾਇਆ ਗਿਆ ਔਰ ਮੈਨੂੰ ਪਹਿਲਾ ਅਵਾਰਡ ਦਿੱਤਾ ਹੌਲੀਡੇ ਇਨ ਹੋਟਲ ਲਾਹੌਰ ਦੇ ਵਿੱਚ ਡਾਕਟਰ ਮੈਲਨ ਹਿੱਕੀ ਦੇ ਹੱਥੋਂ ਦਿੱਤਾ, ਤੇ ਮੇਰੀ ਅੱਖਾਂ ਦੇ ਵਿੱਚ ਆਂਸੂ ਸਨ। ਉਹਦੇ ਵੱਡੇ ਵੱਡੇ ਖਾਦਮ ਸਨ ਔਰ ਮੈਂ ਜਦੋਂ ਪਿੱਛੇ ਸਾਰਾ ਕੁਝ ਦੇਖ ਰਿਹਾ ਸਾਂ ਤੇ ਖਾਣਾ ਖਾ ਰਿਹਾ ਸਾਂ ਤਾਂ ਮੇਰੀ ਅੱਖਾਂ 'ਚੋਂ ਮੁਸਲਸਲ ਆਂਸੂ ਬਹਿ ਰਹੇ ਸਨ। ਤੇ ਪਾਸਟਰ ਜੈਫਰ ਡੈਨੀਅਲ ਸਾਹਿਬ ਮੇਰੇ ਕੋਲ ਆਏ, ਮੈਨੂੰ ਗਲੇ ਨਾਲ ਲਗਾਇਆ ਔਰ ਮੇਰੇ ਤੇ ਹੱਥ ਰੱਖ ਕੇ ਦੁਆ ਕਰਨਾ ਸ਼ੁਰੂ ਕੀਤੀ। उन्होंने नबूत करना शुरू की थी। उसने कहा नौजवान परेशान ना हो, लेकिन वो घोड़े से उठाता है और शाहों के साथ बिठा देता है। आज उसने तुझे शाहों के साथ बिठा दिया है। और वो पहला अवार्ड सी 2003 ਦਾ ਮੇਰੀ ਅਚੀਵਮੈਂਟ ਦਾ ਜ਼ਿੰਦਗੀ ਦਾ ਜਿਹੜਾ ਮੈਨੂੰ ਜਿੰਨਾ। ਔਰ ਫਿਰ ਉਸ ਤੋਂ ਬਾਅਦ ਮੈਂ ਯੂਥ ਦਾ ਪ੍ਰੈਜ਼ੀਡੈਂਟ ਬਣਿਆ, ਲੈਂਪ ਫੈਲੋਸ਼ਿਪ ਯੂਥ ਦਾ ਡਾਇਰੈਕਟਰ ਬਣਿਆ। ਫਿਰ ਜਿਹੜਾ ਅੱਜ ਵੀ ਲੈਂਪ ਫੈਲੋਸ਼ਿਪ ਦਾ ਹਾਲ ਹੈ, ਇਹ ਖੁਦਾ ਨੇ ਮੁਮਕਿਨ ਕੀਤਾ ਕਿ ਉਹਨੂੰ ਕੰਸਟਰਕਟ ਕਰਵਾਉਣ ਦੇ ਵਿੱਚ ਦਿਨ ਰਾਤ ਉੱਥੇ। ਔਰ ਫਿਰ ਉਸ ਤੋਂ ਬਾਅਦ 2005 ਦੇ ਵਿੱਚ ਮੈਂ ਸੈਕੰਡ ਪਰਸਨ ਸਾਂ ਮੈਰਲਨ ਹਿੱਕੀ ਦੇ ਪ੍ਰੋਗਰਾਮ ਦਾ, ਸੈਕੰਡ ਕਮਾਂਡ ਮੈਂ ਸਾਂ ਭਾਈ ਅਸਗਰ ਤੋਂ ਬਾਅਦ, ਜਿਨ੍ਹਾਂ ਨੇ ਪੂਰੀ ਜਾਫਸ਼ਾਨੀ। ਔਰ ਭਾਈ ਫਿਰ ਇਸ ਤਰ੍ਹਾਂ ਹੋਰ ਹੀ ਪ੍ਰੋਗਰਾਮ ਹੁੰਦੇ ਰਹੇ, ਉਹਨਾਂ 'ਚ ਕਰਦਾ ਰਿਹਾ। ਔਰ ਇੱਕ ਮੈਨੂੰ ਅੱਜ ਵੀ ਉਹ ਰਿਕਾਰਡ ਮੇਰੇ ਕੋਲ ਹੈ, ਭਾਈ ਅਸਗਰ ਇਸ ਨੂੰ ਵੈਲਕਮ ਕੀਤਾ, ਉਹਨਾਂ ਨੇ ਹਾਰ ਪਹਿਨਾਏ ਤੇ ਉਹਨਾਂ ਨੇ ਕਿਹਾ ਕਿ ਨਹੀਂ, ਇਸ ਹਾਰ ਦਾ ਹੱਕਦਾਰ ਜਿਹੜਾ ਦਰਅਸਲ ਮੈਂ ਨਹੀਂ ਹਾਂ, ਇਹ ਜਸਟਨ ਜਾਵੇਦ ਬਚਨ। ਉਹਨੇ ਆਪਣਾ ਹਾਰ ਉਤਾਰ ਕੇ ਤੇ ਮੇਰੇ ਗਲੇ ਪਾ ਲਿਆ ਅਸਲ ਦੇ ਵਿੱਚ। ਔਰ ਉਸ ਟਾਈਮ ਜਿਹੜੀਆਂ ਮੇਰੀ ਅੱਖਾਂ ਦੇ ਵਿੱਚ ਆਂਸੂ ਸਨ ਇੱਜ਼ਤ ਦੇ, ਕਿ ਯਾਰ ਅਸਲ ਵਿੱਚ ਮੈਂ ਕਹਿੰਦਾ ਜੋ ਵੀ ਕਰੋ, ਨੌਜਵਾਨ ਜਿੰਨੇ ਵੀ ਕੋਈ ਜਿਹੜਾ ਵੀ ਕੋਈ ਪ੍ਰੋਗਰਾਮ ਦੇਖ ਰਿਹਾ ਸੁਣ ਰਿਹਾ, ਮੈਂ ਕਹਿਣਾ ਚਾਹ ਰਿਹਾ ਨੌਜਵਾਨੋਂ, ਬਜ਼ੁਰਗੋ, ਬੇਟਿਓ, ਭੈਣੋਂ, ਜੋ ਕੁਛ ਵੀ ਕਰਦੇ ਹੋ ਜੀ ਨਾ ਕਰੋ, ਪੂਰੇ ਦਿਲ ਨਾ ਕਰੋ, ਪੂਰੀ ਜਾਫਸ਼ਾਨੀ ਨਾ ਕਰੋ, ਔਰ ਇਹ ਸੋਚ ਕੇ ਕਿ ਖੁਦਾ ਲਈ ਕਰਦੇ ਹੋ, ਇਨਸਾਨ ਲਈ ਨਹੀਂ। ਯਾਦ ਰੱਖਣਾ, ਜਦੋਂ ਇਨਸਾਨ ਲਈ ਕਰੋਗੇ ਨਾ, ਤੁਹਾਨੂੰ ਦਿਲ ਟੁੱਟੇਗਾ, ਤੁਹਾਨੂੰ ਮਾਯੂਸੀ ਹੋਏਗੀ, ਪਰੇਸ਼ਾਨੀ ਹੋਏਗੀ, ਤੁਹਾਡਾ ਦਿਲ ਪਰੇਸ਼ਾਨ ਹੋਏਗਾ, ਤੁਸੀਂ ਕਹੋਗੇ ਯਾਰ ਇਹਨੇ ਮੇਰਾ ਧੋਖਾ ਕੀਤਾ, ਇੰਜ ਕੀਤਾ। ਇਸ ਲਈ ਕਲਾਮ ਕਹਿੰਦਾ ਨਾ, ਕਾਮਿਲ ਕਰਨੇ ਵਾਲੇ
ایمان کے بانی بانی کامل کرنے والے والے یسوع یسوع کو تکتے تکتے رہو. ہاللویا. جو یسوع دے جو تکنے ہیں نا ہم. یاد رکھنا نہ مایوسی ہے نہ پریشانی ہے نہ ہی دل ٹوٹ سکتا جے اور نہ ہی تینوں کوئی ڈیگ سکتا جے. ہاللویا. تسی قائم رہندے ہو او دے وچ اور او تہاڈی حفاظت کردا ہاللویا. ہے. اس لیے جو بھی کرو دل نہ کرو اے جان کے کہ خدا مدد نہیں کرن دے ہو. ہاللویا. اور پھر اس تو بعد اگے ودنے ہاں پھر گریجولی ودیا پھر کردے کردے 2009 دے وچ ایسی جگہ دے اتنے چرچ سٹارٹ ہویا اور ادو RCDM دے نام تو سٹارٹ ہویا اور میں ایسی چرچ دا سیکٹری سا. اور اس تو بعد پھر 2008 دے وچ میں تھوڑا سیکولر الیکشن لڑیا. تسی جانتے ہو تسی میرے ووٹر سپورٹر بھی رہے ہو تہاڈی مسز جڑی ہے نا جی بالکل نال تسی رہے سارے لوگ. اور بس اس تو بعد پھر میں بینک میں چلا گیا. بینک دی جاب شروع کی انشورنس کمپنی دے ایز اے اسسٹنٹ مینیجر اور میں 11 سال جاب کی اور 2010 دے وچ میں 9 دے چرچ دا سیکٹری بنیا اور سیکٹری بن تو بعد پھر میں 2012 دے وچ اسسٹنٹ پاسٹر ہویا. اور پھر خدا نے جس طرح آئی ڈونٹ نو دی پلان آف گاڈ خدا دا جڑا منصوبہ ہے نا ساڈے او ساڈی سمجھ تو خدا دی جڑی مرضی اور وہ نہیں جان سکدے. 2015 دے وچ میں کمپلیٹلی پاسٹر انچارج اس چرچ دا ہو گیا. اور جدوں میں چرچ ملیا ایتھے 5 لوگ سا سی لیکن ہن خدا دا شکر ہے کہ 200-250 دی کلیسیا ہے. اور پاکستان دے وچ ساڈے کوئی 70-80 چرچ نے جنہاں نوں میں ہیڈ کرنے ہاں. اور ایک بڑا سیٹ اپ ہے خدا نے دیتا. اور میں سوچنا کہ خدا میں تو بہت چھوٹا سا جدوں ملیا میں کہ خدا میں تو بڑا ینگ ہاں تے مینوں تے کسی نے مننا بھی نہیں پادری. انہیں کیا یہ تیرا کام نہیں ہے تیرا کام ہے کام کرنا اگلا کام میرا ہے. ہاللویا. ناظرین بڑی خوبصورت میں ایتھے ایک گل ضرور کرنا چاہواں گا کہ کلام مقدس کے مطابق داؤد ایک بڑا چھوٹا جہا منڈا سی تے وہ عام بندہ سی چرواہا سی. ਭਰਾ ਉਹਦੇ ਬੇਸ਼ੱਕ ਫੌਜ ਦੇ ਵਿੱਚ ਸਨ ਲੇਕਿਨ ਉਹ ਚਰਵਾਹਾ ਸੀ ਭੇਡਾਂ ਚਾਰਦਾ ਸੀ. ਉਹਦਾ ਕੰਮ ਜੰਗਲਾਂ 'ਚ ਰਹਿਣਾ ਸੀ. ਉਹਨੂੰ ਸ਼ਾਇਦ ਉਸ ਵੇਲੇ ਸ਼ਾਇਦ ਜਿਹੜੇ ਮੁਲਕ ਦੇ ਅਸੂਲ ਨੇ ਉਹਨਾਂ ਦੇ ਬਾਰੇ 'ਚ ਵੀ ਨਹੀਂ ਪਤਾ ਹੋਏਗਾ ਸ਼ਾਇਦ ਤਾਲੀਮ ਦੇ ਬਾਰੇ 'ਚ ਵੀ ਨਹੀਂ ਪਤਾ ਹੋਏਗਾ ਲੇਕਿਨ ਉਹਨੇ ਖੁਦਾ ਤੇ ਭਰੋਸਾ ਰੱਖਿਆ ਤੇ ਖੁਦਾ ਨੇ ਉਹਨੂੰ ਜੰਗਲ ਤੋਂ ਚੁੱਕ ਕੇ ਤੇ ਇੱਕ ਬਾਦਸ਼ਾਹ ਮੁਕਰਰ ਕਰ ਦਿੱਤਾ. ਤੇ ਮੈਂ ਸਮਝਦਾ ਕਿ ਬੜੀ ਜਦੋਂ ਖੁਦਾ ਲਈ ਅਸੀਂ ਕੰਮ ਕਰਨੇ ਤੇ ਵਾਕਈ ਖੁਦਾ ਸਾਨੂੰ ਇੱਥੇ ਤੋਂ ਇੱਥੇ ਲਾਉਂਦਾ. ਨਾਜ਼ਰੀਨ ਇੱਥੇ ਇੱਕ ਵੇਲਾ ਹੋ ਗਿਆ ਵਕਫੇ ਦਾ. ਛੋਟਾ ਜਿਹਾ ਅਸੀਂ ਵਕਫਾ ਲਾਂਗੇ ਤੇ ਉਸ ਤੋਂ ਬਾਅਦ ਅਸੀਂ ਜ਼ਰੂਰ ਤੁਹਾਡੀ ਖਿਦਮਤ ਦੇ ਵਿੱਚ ਦੁਬਾਰਾ ਆਵਾਂਗੇ. ਸਾਡੇ ਨਾਲ ਇਸ ਵੇਲੇ ਪਾਦਰੀ ਜਸਟਨ ਜਾਵੇਦ ਸਾਹਿਬ ਨੇ. ਉਹਨਾਂ ਦੀਆਂ ਖੂਬਸੂਰਤ ਗੱਲਾਂ ਤੇ ਗਵਾਹੀਆਂ ਤੁਸੀਂ ਸੁਣ ਰਹੇ ਹੋ. ਜਾਣਾ ਕਿਤੇ ਨਹੀਂ. ਜੀ ਨਾਜ਼ਰੀਨ ਅਸੀਂ ਵਕਫੇ ਤੋਂ ਵਾਪਸ ਆ ਚੁੱਕੇ ਹਾਂ. ਸਾਡੇ ਨਾਲ ਪਾਦਰੀ ਜਸਟਨ ਜਾਵੇਦ ਸਾਹਿਬ ਮੌਜੂਦ ਸਨ IFGF ਚਰਚ ਮਿਨਿਸਟਰੀ ਤੋਂ ਤੇ ਉਹਨਾਂ ਦੀਆਂ ਖੂਬਸੂਰਤ ਗਵਾਹੀਆਂ ਤੇ ਗੱਲਾਂ ਅਸੀਂ ਸੁਣ ਰਹੇ ਸਾਂ. ਪਾਦਰੀ ਸਾਹਿਬ ਇਸ ਤੋਂ ਪਹਿਲੇ ਬਹੁਤ ਖੂਬਸੂਰਤ ਗਵਾਹੀ ਤੁਹਾਡੀ ਇਹ ਸੀ ਕਿ ਯਿਸੂ ਮਸੀਹ ਨੂੰ ਜਦੋਂ ਤੁਸੀਂ ਕਬੂਲ ਕੀਤਾ ਤੇ ਖੁਦਾ ਨੇ ਫਿਰ ਤੁਹਾਨੂੰ ਬਿਲਕੁਲ ਥੱਲੇ ਤੋਂ ਚੁੱਕ ਕੇ ਉੱਤੇ ਤੱਕ ਲੈ ਕੇ ਆਂਦਾ. ਤੇ ਪਾਦਰੀ ਸਾਹਿਬ ਪਾਸਬਾਨੀ ਖਿਦਮਤ ਦੇ ਵਿੱਚ ਤੁਹਾਡਾ ਹੁਣ ਕੀ ਤਜਰਬਾ ਹੈ? میں 2015 تو پاسٹر انچارج ایز اے بنیا لیکن میں 2012 ਵਿੱਚ پاسٹر ordain ਹੋ ਗਿਆ ਸਾਂ. اور میں 11 سال بینک دی جاب ਕੀਤੀ ہے الفلا انشورنس ਦੇ ਵਿੱਚ ایز اے اسسٹنٹ مینیجر. اور 11 سال ਤੋਂ ਬਾਅਦ ਤੁਸੀਂ ਇੱਕ ਵੈਲਿਊਏਟਡ ਐਸੈਟ ਬਣ ਜਾਂਦੇ ਹੋ ਕਿਸੇ ਵੀ ਕੰਪਨੀ ਦਾ ਕਿਸੇ ਵੀ ਜਗ੍ਹਾ ਦਾ. ਮਗਰ ਜਦੋਂ ਮਜ਼ਾ ਆਇਆ ਸਾਰੀਆਂ ਚੀਜ਼ਾਂ ਦਾ ਉਦੋਂ ਉਸ ਜੌਬ ਨੂੰ ਮੈਂ ਖੈਰਾਬਾਦ ਕਹਿ ਦਿੱਤਾ ਪਿਛਲੇ ਸਾਲ. ਸਿਰਫ ਯਿਸੂ ਲਈ ਇੱਕ ਇਸ ਲਈ ਕਿ ਮੈਨੂੰ ਨਾ ਸਮਝ ਆ ਗਈ ਕਿ ਮੈਂ ਨੌਕਰੀ ਵਾਸਤੇ ਡਿਜ਼ਾਈਨ ਨਹੀਂ ਕੀਤਾ ਗਿਆ ਮੈਂ ਖੁਦਾ ਦੇ ਕੰਮ ਲਈ ਡਿਜ਼ਾਈਨ ਕੀਤਾ. ਔਰ ਮੇਰੀ ਬੀਵੀ ਜਦੋਂ ਮੈਂ ਕਹਿੰਦਾ ਮੈਂ ਨੌਕਰੀ ਛੱਡਣੀ ਹੈ ਉਹ ਕਹੇ ਨਾ ਨਾ ਛੱਡਣਾ ਭੁੱਖੇ ਮਰ ਜਾਗੇ. ਮੈਂ ਕਿਹਾ ਨਹੀਂ ਭੁੱਖੇ ਨਹੀਂ ਮਰ ਸਕਦੇ. یسوع اور کلام میں لکھا نا شیر ببر کا بچہ تو بھوکا رہ سکتا ہے مگر میرا طالب کسی نعمت کا محتاج. ہاللویا. پھر ایسی ہوتی طالب اندر کے جو ہو سکتے ہیں بلکہ طالب نہیں ہے بلکہ ایسی ہوتے بیٹے اور بیٹیاں ہو. کیا خدا دی لوگ بھوکے رہ سکتے ہیں؟ کدی بھی. اس لیے خدا مند شکر ہے کہ اس جاب تو بعد خدا نے اور زیادہ بلیس کیتا ہے.
ਔਰ ਪਾਕਿਸਤਾਨ ਦੇ ਵਿੱਚ ਮੈਂ ਕੋਈ 70-80 ਚਰਚ ਨੇ ਜਿਨ੍ਹਾਂ ਨੂੰ ਆਪਰੇਟ ਕਰਨ ਦੇ ਹੈਡ ਕਰਨ ਦੇ ਆ ਔਰ ਬਹੁਤ ਮੁxtਲਿਫ ਅੱਛੇ ਤਜਰਬਾਤ ਨੇ ਔਰ ਆਲਰੇਡੀ ਮੈਂ ਮਿਨਿਸਟਰੀ ਦੇ ਵਿੱਚ ਹਾਂ ਔਰ ਮੈਂ ਮਿਨਿਸਟਰੀ ਦਾ ਜਨਰਲ ਸੈਕਟਰੀ ਸਾਂ ਔਰ ਇਹ ਮੈਂ 5 ਸਾਲ ਤੋਂ ਨਹੀਂ ਕਰ ਰਿਹਾ ਬਲਕਿ ਪਿਛਲੇ 10 ਸਾਲ ਤੋਂ ਮਿਨਿਸਟਰੀ ਨੂੰ ਹੈਡ ਕਰਨ ਰਿਹਾ ਦਾ ਤੇ ਉਦੋਂ ਵੀ ਮੈਂ ਪੂਰੇ ਪਾਕਿਸਤਾਨ ਦੇ ਜਿਹੜੇ ਸਾਡੇ ਚਰਚਸ ਸਨ ਉਹਨਾਂ ਨੂੰ ਕਰਨ ਰਿਹਾ ਸਾਂ ਔਰ ਇਹ ਖੁਦਾ ਦੀ ਬਲੇਸਿੰਗ ਅਸੀਂ ਚਰਚ ਪਲਾਂਟ ਕਰਨੇ ਆ ਨਵੇਂ ਲੀਡਰ ਤਿਆਰ ਕਰਨੇ ਆ ਖਾਦਮਾਂ ਨੂੰ ਟ੍ਰੇਨ ਕਰਨੇ ਆ ਲੀਡਰਸ਼ਿਪ ਡਿਵੈਲਪ ਕਰਨੇ ਆ ਚਰਚ ਡਿਵੈਲਪ ਕਰਨੇ ਆ ਉਸ ਤੋਂ ਬਾਅਦ ਫਿਰ ਅਸੀਂ ਮਿਸ਼ਨ ਦਾ ਕੰਮ ਕਰਨੇ ਯਾਨੀ ਕਿ ਇਰਸ਼ਾਦ ਆਜ਼ਮ ਦਾ ਕੰਮ ਯਾਨੀ ਕਿ ਜਿਹੜੇ ਨੌਮੀ ਮਸੀਹ ਨੇ ਨੋਮੀਨਲ ਮਸੀਹ ਨੇ ਉਹਨਾਂ ਵਿੱਚ ਮੇਰੀ ਟੀਮ ਜਾਂਦੀ ਹੈ ਖਿਦਮਤ ਕਰਦੀ ਹੈ ਕੰਮ ਕਰਦੀ ਹੈ ਨਏ ਚਰਚ ਸਟੈਬਲਿਸ਼ ਕਰਨੇ ਆ ਫਿਰ ਸਾਡਾ ਐਜੂਕੇਸ਼ਨ ਦਾ ਪ੍ਰੋਜੈਕਟ ਹੈ ਹਸਰਮਦਾਲ ਜਿਹੜਾ ਪਿਛਲੇ 16-17 ਸਾਲ ਤੋਂ ਚੱਲ ਰਿਹਾ ਹੈ ਔਰ ਉੱਥੇ ਖੁਦਾ ਦਾ ਸ਼ੁਕਰ ਹੈ ਅਸੀਂ ਬੜੇ ਅੱਛੇ ਤਰੀਕੇ ਨਾਲ ਉਹਨੂੰ ਵੀ ਕਰ ਰਹੇ ਹਾਂ ਫਿਰ ਬਾਈਬਲ ਕਾਲਜ ਹੈ ਸਾਡਾ ਔਰ ਸਭ ਤੋਂ ਵੱਧ ਕੇ ਜਿਹੜਾ ਸਾਡਾ ਮਿਸ਼ਨ ਦਾ ਇੱਕ ਸਲੋਗਨ ਹੈ ਕੰਮ ਹੈ ਉਹ ਹੈ ਡਿਸਾਈਪਲਸ਼ਿਪ ਜਰਨੀ ਸ਼ਾਗਿਰਦ ਅਸਲ ਵਿੱਚ ਸਾਡੇ ਵਾइस चेयरमैन साहब एक गल ਦੱਸਦੇ ਨੇ ਕਹਿੰਦੇ ਨੇ ਯਿਸੂ ने कहा जाओ खलीक के सामने अंजील की मुनादी करो यीशु कहता है जाओ पादरी कहता है आओ पादरी कहता है आओ बवो मेरी गल सुनो तो फिर चले जाओ तो फिर आ जाओ लेकिन यीशु ने क्या जाओ पादरी कहते ने आओ कोई उल्टा सिस्टम नहीं चल रहा ਅਸੀਂ ਉਸ ਇਰਸ਼ਾਦ ਆਜ਼ਮ ਦੀ ਤਕਮੀਲ ਕਰਨੀ ਹੈ ਜਾਣਾ ਹੈ ਤੇ ਜਾ ਕੇ ਕਰਨਾ ਕੀ ਹੈ ਖੁਸ਼ਖਬਰੀ ਦੀ ਮੁਨਾਦੀ ਕਰਨੀ ਹੈ ਭਾਈ ਸਾਹਿਬ ਮੈਂ ਮਾਜ਼ਰਤ ਦੇ ਨਾਲ ਮੀਡੀਆ ਦੇ ਸਾਹਮਣੇ ਕਰਨਾ ਮੈਂ ਵੀ ਕਾਫੀ ਅਰਸੇ ਤੱਕ ਨਾ ਕਲੀਸਿਆ ਨੂੰ ਡੰਡੇ ਹੀ ਮਾਰਦਾ ਰਿਹਾ ਦੁਲਹਨ ਨੂੰ ਅੱਛਾ ਬੜੇ ਡੰਡੇ ਮਾਰੇ ਰਵਾ ਕੇ ਅੱਖਾਂ ਸਜਾ ਦਿੱਤੀਆਂ ਨੇ ਡੰਡੇ ਮਾਰ ਕੇ ਕਲਾਮ ਦੇ ਡੰਡੇ ਮਾਰੀ ਜਾਣ ਹੱਥ 'ਚ ਡੰਡਾ ਫੜਿਆ ਰੋਵੋ ਹੋਏ ਪਿੱਟੋ ਹੋਏ ਫੇਰ ਸੁਣੇਗਾ ਤੁਹਾਡੇ ਬੱਚੇ ਜਿਹੜੇ ਨੇ ਉਹ ਰੋਂਦੇ ਨੇ ਪਿੱਟਦੇ ਨੇ ਤੇ ਫਿਰ ਸ਼ਾਮੀ ਰੋਟੀ ਦਿੰਦੇ ਹੋ ਤੁਸੀਂ ਉਹਨਾਂ ਨੂੰ ਨਹੀਂ ਬਿਲਕੁਲ ਨਹੀਂ ਉਹਨਾਂ ਦੇ ਮੂੰਹ ਦੇ ਵਿੱਚੋਂ ਜਿਹੜੀ ਗੱਲ ਨਿਕਲਦੀ ਹੈ ਨਾ ਤੁਸੀਂ ਫੌਰਨ ਪੂਰੀ ਕਰਦੇ ਹੋ ਤੇ ਜਦੋਂ ਅਸੀਂ ਯਿਸੂ ਮਸੀਹ ਨਾਸਰੀ ਤੇ ਈਮਾਨ ਲਿਆਂਦੇ ਵਸੀਲੇ ਨਾਲ ਬੇਟੇ ਤੇ ਬੇਟੀਆਂ ਫਿਰ ਸਾਡੇ ਮੂੰਹ ਚੋਂ ਨਿਕਲੀ ਹੋਈ ਗੱਲ ਰੋਣ ਦੀ ਜ਼ਰੂਰਤ ਨਹੀਂ ਹੈ ਰੋਂਦਾ ਪਤਾ ਕੌਣ ਹੈ ਜਿਹਦਾ ਬਾਪ ਗਰੀਬ ਹੁੰਦਾ ਹੈ ਜਿਹਨੂੰ ਕੋਈ ਮਯਸਰ ਨਹੀਂ ਹੋ ਸਕਦਾ ਲਿਖਿਆ ਆਸਮਾਨ ਔਰ ਜ਼ਮੀਨ का कुल इख्तियार मुझे दिया गया है सब कुछ जो इख्तियार होता है ना जो कुछ उसके पास है वो सब मेरा है जो उसका है वो मेरा है जो मेरा है वो उसका है तो फिर ਅਸੀਂ ਕਿਵੇਂ ਰਹਿ ਸਕਦੇ ਹਾਂ ਸਰ ਸਾਡੀ ਜ਼ਿੰਮੇਵਾਰੀ ਇੱਕ ਹੈ ਸ਼ਾਗਿਰਦਾਂ ਨੇ ਇੱਕ ਹੀ ਕੰਮ ਕੀਤਾ ਸੀ ਯਿਸੂ ਮਸੀਹ ਤੋਂ ਬਾਅਦ ਉਹਨਾਂ ਨੇ ਯਿਸੂ ਮਸੀਹ ਨਾਸਰੀ ਦੀ ਖੁਸ਼ਖਬਰੀ ਦੀ ਮੁਨਾਦੀ ਕੀਤੀ ਹੈ ਗਵਾਹੀ ਦਿੱਤੀ ਹੈ ਯਿਸੂ ਦੀ ਗਵਾਹੀ ਕੀ ਹੀ ਕਿ ਯਿਸੂ ਮਸੀਹ ਨਾਸਰੀ ਤੁਹਾਡੀ ਖਾਤਰ ਮੋਇਆ ਜੀ ਉਠਿਆ और उते ईमान लियादे वसीले ना सी आसमान दी बादशाही दे वारिस ठहरे और मुफ्त दे रास्तबाज मुफ्त दे फ्री दे कोई कीमत नहीं दागदे मैं देखना कि शरीयत दे विच पहले काहे लोग रास्तबाज बनन वास्ते ना काम करदे सन कि रोजे रखदे नमाज़ां पढ़दे ज़कात देंदे हदिये देंदे पता नहीं की कुछ करदे सन ताकि असीं रास्तबाज बन जाइए मगर लिखा जो उस पर ईमान लाता है लिखा उसके ईमान लाने के वसीला से उसके मार खाने के वसीला से उसकी जान देने के वसीला से सलीब पर जान देने के लहू बहाने के वसीला से हम उस पर ईमान लाने के वसीला दे से मुफ्त दे रास्तबाज ठहरे मुफ्त दे फ्री दे कोई काम नहीं किया कोई जोर नहीं मारी कोई कईयां नहीं मारियां सर असी उस खुशखबरी दी गवाही देनी है शागिर्दां ने गवाही देती सी कि जिसको कलाम में लिखा जिसको तुमने रद्द किया खुदा ने उसको खुदावंद भी किया और मसीह भी किया हालेलुया भाई साहब ਤੁਹਾਡੀ ਜ਼ਿੰਦਗੀ 'ਚ ਮੈਂ ਸਮਝ ਨਾਜ਼ਰੀਨ ਬੜੀਆਂ ਹੀ ਗਵਾਹੀਆਂ ਨੇ ਭਾਈ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਗੱਲਾਂ ਉਹ ਕਰਦੇ ਨੇ ਪਏ ਉਹ ਜਿਹੜੀਆਂ ਅਸੀਂ ਸੁਣਨੇ ਆ ਪਏ ਇੰਜ ਲੱਗਦਾ ਕਿ ਛੋਟੇ ਜਿਹੇ ਐਕਸਪੀਰੀਅੰਸ ਦੇ ਵਿੱਚ ਛੋਟੇ ਜਿਹੇ ਤਜਰਬੇ ਦੇ ਵਿੱਚ ਬਹੁਤ ਹੀ ਜ਼ਿਆਦਾ ਗਵਾਹੀਆਂ ਨੇ ਕਿ ਖੁਦਾ ਦੇ ਖਾਦਮ ਦੀ ਜ਼ਿੰਦਗੀ ਗਵਾਹੀਆਂ ਨਾਲ ਭਰੀ ਹੋਈ ਹੈ ਭਾਈ ਸਾਹਿਬ ਲੇਕਿਨ ਇਹਦੇ ਨਾਲ ਜ਼ਰੂਰ ਅਸੀਂ ਪੁੱਛਣਾ ਚਾਹਾਂਗੇ ਸਾਡੀ ਭੈਣ ਜਿਹੜੀ ਹੈ ਬੂਆ ਜੀ ਜਿਹੜੇ ਨੇ ਤੁਹਾਡੀ ਮਿਸਿਸ ਜਿਹੜੇ ਨੇ ਉਹਨਾਂ ਦਾ ਖਿਦਮਤ ਦੇ ਵਿੱਚ ਕਿੰਨਾ ਕੁ ਹਿੱਸਾ ਹੈ ਮੈਂ ਕਹਿੰਦਾ ਕਿ ਮੇਰੇ ਨਾਲੋਂ ਜ਼ਿਆਦਾ ਖਾਦਮਾਂ ਦੇ ਜਿਹੜੇ ਵੀ ਖਾਦਮ ਖਿਦਮਤ ਗੁਜ਼ਾਰ ਹੈ ਨਾ ਯਾਦ ਰੱਖਣਾ ਕਿ ਅਗਰ ਉਹਨਾਂ ਦੀ ਫੈਮਿਲੀ ਉਹਨਾਂ ਦੇ ਨਾਲ ਨਹੀਂ ਹੈ ਨਾ ਤੇ ਖਿਦਮਤ ਦਾ ਮਜ਼ਾ ਨਹੀਂ ਹੈ ਬਲਕਿ ਮੇਰੇ ਨਾਲੋਂ ਜ਼ਿਆਦਾ ਰੋਲ ਮੇਰੀ ਫੈਮਿਲੀ ਦਾ ਮੇਰੇ ਖਾਨਦਾਨ ਦਾ ਮੇਰੇ ਬੱਚਿਆਂ ਦਾ ਮੇਰੀ ਬੀਵੀ ਦਾ ਮੇਰੇ ਭੈਣ ਭਰਾਵਾਂ ਦਾ ਜਦੋਂ ਤੁਸੀਂ ਵਿਜ਼ਿਟ ਤੇ ਜਾਂਦੇ ਹੋ ਜੀ ਖਿਦਮਤ ਕਰਨ ਲਈ
ਦੂਸਰਾਂ ਦੇ ਘਰ ਜਾਂਦੇ ਹੋ ਜਾਂ ਤੁਸੀਂ ਜਦੋਂ ਮਿਸ਼ਨ ਵਾਸਤੇ ਜਾਂਦੇ ਹੋ ਆਪਣੇ ਜਿਹੜੀ ਤੁਸੀਂ ਇਵੈਂਜਲਿਜ਼ਮ ਕਰਦੇ ਹੋ ਜੀ ਜੀ ਉਹਦੇ ਵਿੱਚ ਵੀ ਭੈਣਰੀ ਨਾਲ ਜਾਂਦੇ ਨੇ ਨਾਲ ਬਿਲਕੁਲ ਅਸੀਂ ਮੈਂ ਤੁਹਾਨੂੰ ਪਿਛਲੇ ਹੀ ਸਾਲ ਇਹਨਾਂ ਦਿਨਾਂ ਦੀ ਗੱਲ ਦੱਸਣਾ ਜੂਨ ਦੀ ਕਿ ਬੱਚਿਆਂ ਨੂੰ ਛੁੱਟੀਆਂ ਸਨ ਤੇ ਅਸੀਂ ਗੋਜਰਾ ਟੋਬਾ ਟੇਕ ਸਿੰਘ ਗਏ ਆ ਤੇ ਇੱਥੇ ਘਰ ਦੇ ਵਿੱਚ ਤੇ ਖੁਦਾ ਦਾ ਸ਼ੁਕਰ ਹੈ ਖੁਦਾ ਨੇ ਇੱਕ ਅੱਛੀ ਫੈਸਿਲਿਟੀਜ਼ ਦਿੱਤੀ ਦੀ ਚਲੋ ਏਸੀ ਵੇਸੀ ਹੈ ਨਹੀਂ ਅਸੀਂ ਜਦੋਂ ਗੋਜਰੇ ਗਏ ਉੱਥੇ ਲਾਈਟ ਨਹੀਂ ਸੀ ਅੱਛਾ ਤੇ ਸਾਰੀ ਰਾਤ ਅਸੀਂ ਨਾ ਥੱਲੇ ਬਥੁਸਦੇ ਸਾਂ ਤੇ ਮੈਂ ਬੱਚਿਆਂ ਨੂੰ ਕਿਹਾ ਕਿ ਮੈਂ ਤੈਨੂੰ ਇੱਥੇ ਟਾਈਮਸ ਮਿਸ਼ਨ ਵਰਕ ਤੇ ਆਇਆ ਨਾ ਤੇ ਮੈਂ ਮਿਸ਼ਨ ਸਿਖਾਉਣਾ ਚਾਹਨਾ ਕਿ ਖਿਦਮਤ 'ਚ ਇਹ ਵੀ ਹਿੱਸਾ ਹੈ ਔਰ ਖੁਦਾ ਦਾ ਸ਼ੁਕਰ ਹੈ ਮੇਰੀ ਬੀਵੀ ਔਰ ਬੱਚੇ ਸ਼ੁਰੂ ਤੋਂ ਜਦੋਂ ਪੈਦਾ ਹੋਏ ਸਨ ਨਾ ਉਦੋਂ ਤੋਂ ਸੈਕਰੀਫਾਈ ਕਰ ਰਹੇ ਨੇ ਕਿੰਨੇ ਬੱਚੇ ਨੇ ਪੈਸੇ ਮੇਰੇ 2 ਬੱਚੇ ਨੇ ਇੱਕ ਬੇਟਾ ਔਰ ਇੱਕ ਬੇਟੀ ਹੈ ਕਿੰਨੇ ਕੀ ਉਮਰ ਹੈ ਉਹਨਾਂ ਦੀ ਇੱਕ ਦੀ 10 ਸਾਲ ਔਰ 9 ਸਾਲ ਦਾ ਬੇਟਾ ਹੈ ਔਰ 10 ਸਾਲ ਦੀ ਬੇਟੀ ਹੈ ਬੇਟੀ ਵੱਡੀ ਹੈ ਬੇਟੀ ਵੱਡੀ ਔਰ ਬੇਟਾ ਤਬਲਾ ਵਜਾਉਂਦਾ ਹੈ ਅੱਛਾ ਔਰ ਕਾਫੀ ਹੱਦ ਤੱਕ ਉਹ ਵਜਾ ਰਿਹਾ ਹੈ ਤੁਹਾਡੇ ਆਪਣੇ ਗਿਰਜੇ ਵਿੱਚ ਉਹ ਤਬਲਾ ਵਜਾਉਂਦਾ ਨਹੀਂ ਹਲੇ ਉਹ ਸਿੱਖ ਰਿਹਾ ਹੈ ਸਿੱਖਣ ਲੇਕਿਨ ਅੱਛਾ ਪਰਾਡ ਹੈ ਇੱਥੇ ਸਾਡਾ ਇੱਕ ਬੱਚਾ ਜਿਹੜਾ ਵਜਾਉਂਦਾ ਹੈ ਲੇਕਿਨ ਬੇਟੀ ਆਰਗਨ ਵਗੈਰਾ ਸਿੱਖ ਰਹੀ ਹੈ ਸਿੰਗਿੰਗ ਸਿੱਖ ਰਹੀ ਹੈ ਗਾਣਾ ਸਿੱਖ ਰਹੀ ਹੈ ਔਰ ਭਾਈ ਸਾਹਿਬ ਜਦੋਂ ਤੁਸੀਂ ਖਿਦਮਤ 'ਚ ਹੁੰਦੇ ਹੋ ਤੇ ਘਰ ਆਉਂਦੇ ਹੋ ਤੇ ਸਭ ਤੋਂ ਪਹਿਲਾਂ ਤੁਹਾਡੀ ਕੀ ਕੋਸ਼ਿਸ਼ ਹੁੰਦੀ ਹੈ ਕਿ ਕੀ ਡਿਮਾਂਡ ਤੁਸੀਂ ਬੇਗਮ ਨੂੰ ਕਰੋ ਕਿ ਮੇਰੇ ਆਉਣ ਤੱਕ ਇਹ ਹੋਣਾ ਚਾਹੀਦਾ ਹੈ ਅਗਰ ਤਾਂ ਕੋਈ ਐਸਾ ਟਾਈਮ ਹੋਏ ਤੇ ਬੇਗਮ ਸਭ ਤੋਂ ਪਹਿਲੇ ਤੇ ਉਹ ਕੱਪੜੇ ਛਪੜੇ ਫਰੈਸ਼ ਕਰਦੀ ਹੈ ਕਿ ਨਹਾ ਧੋ ਕੇ ਤੇ ਖਾਣਾ ਸ਼ਾਨਾ ਤਿਆਰ ਹੀ ਹੁੰਦਾ ਹੈ ਲੇਕਿਨ ਸਭ ਤੋਂ ਪਹਿਲੇ ਮੈਂ ਇੱਕ ਚੀਜ਼ ਜਿਹੜੀ ਦੇਖੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿ ਜਦੋਂ ਮੈਂ ਘਰ ਭਾਵੇਂ ਬਾਹਰੋਂ ਆਵਾਂ ਇੱਥੋਂ ਜਾਵਾਂ ਜਿੱਥੋਂ ਵੀ ਜਾਵਾਂ ਸਭ ਤੋਂ ਪਹਿਲੇ ਬੇਟੀ ਜਾ ਕੇ ਨਾ ਮੈਨੂੰ ਮਿਲਦੀ ਉਹ ਜੱਫਾ ਪਾਉਂਦੀ ਹੈ ਪਾਪਾ ਤਾਂ ਮੈਨੂੰ ਬੜਾ ਅੱਛਾ ਲੱਗਦਾ ਹੈ ਕਿ ਬੇਟੀ ਮਿਲਦੀ ਹੈ ਔਰ ਮੈਂ ਸਮਝਣਾ ਕਿ ਬੱਚਿਆਂ ਦੀ ਬਹੁਤ ਵੱਡੀ ਔਰ ਸਭ ਤੋਂ ਵੱਡ ਕੇ ਖਿਦਮਤ ਜਿਹੜੀ ਆ ਮੇਰੀ ਬੀਵੀ ਦੀ ਹੈ ਉਹ ਮੇਰੇ ਬੱਚਿਆਂ ਨੂੰ ਉਹਨੇ ਬਾਈਬਲ ਪੜ੍ਹਾਈ ਹੈ ਹਾਲੇਲੂਇਆ ਉਹਦਾ ਕੰਮ ਹੈ ਮੈਂ ਪੜਾ ਦੁਆ ਕਰਾਂ ਨਾ ਕਰਾਂ ਡੇਲੀ ਉਹਦਾ ਕੰਮ ਹੈ ਕਿ ਬੱਚਿਆਂ ਨੂੰ ਬਾਈਬਲ ਪੜ੍ਹਾਉਣੀ ਹੈ ਨਹੀਂ ਤਾਂ ਸੌ ਨਹੀਂ ਸਕਦੇ और वो बच्चे ने योना दी अंजील सारी अंजील ਜ਼ਬੂਰ ਇਹ ਉਹ ਕਾਫੀ ਖਾਦਸ਼ਾਤ ਕਾਫੀ ਉਹਨਾਂ ਨੇ ਪੜ੍ਹੇ ਨੇ ਸਿੱਖਦੇ ਨੇ ਫਿਰ ਬੱਚੇ ਦੇ ਬੜੇ ਮੈਚੁਰ ਕੁਐਸਚਨ ਨੇ ਉਹਨਾਂ ਦੇ ਹੁੰਦੇ ਨੇ ਔਰ ਇਹ ਸਾਰੀ ਖਿਦਮਤ ਮੇਰੀ ਮਿਸਿਸ ਕਰਦੀ ਹੈ ਔਰ ਚਰਚ ਦੇ ਵਿੱਚ ਵੀ ਉਹ ਐਜ਼ ਅ ਅਸਿਸਟੈਂਟ ਪਾਸਟਰ ਦੀ ਖਿਦਮਤ ਵੀ ਕਰ ਰਹੀ ਹੈ ਔਰ ਵਿਮਨ ਕੋਆਰਡੀਨੇਟਰ ਮਿਨਿਸਟਰੀ ਦੇ ਵਿੱਚ ਕੰਮ ਕਰ ਰਹੀ ਹੈ ਭਾਈ ਸਾਹਿਬ ਸਾਡੀ ਭੈਣ ਦੇ ਹੱਥ ਦੀ ਕਿਹੜੀ ਕੁ ਚੀਜ਼ ਤੁਹਾਨੂੰ ਜ਼ਿਆਦਾ ਖਾਣ ਵਿੱਚ ਪਸੰਦ ਹੈ ਸੱਚੀ ਗੱਲ ਤੇ ਇਹ ਹੈ ਕਿ ਉਹ ਉਹਨਾਂ ਦੇ ਹੱਥ 'ਚ ਟੇਸਟ ਹੀ ਇੰਨਾ ਤੇ ਬਾਹਰੋਂ ਖਾਣ ਨੂੰ ਨਹੀਂ ਦਿਲ ਕਰਦਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਘਰ ਹੀ ਬਣੇ ਤੇ ਜ਼ਿਆਦਾ ਬਹੁਤ ਹੀ ਚੰਗੀ ਸ਼ੈ ਉਹ ਕਿਹੜੀ ਬਣਾਉਂਦੇ ਨੇ ਮਟਨ ਕੜਾਈ ਬੜੀ ਅੱਛੀ ਬਣਾਉਂਦੇ ਨੇ ਉਹ ਨਵੀਆਂ ਡਿਸ਼ਾਂ ਬਣਾਉਂਦੇ ਰਹਿੰਦੇ ਨੇ ਸਭ ਕੁਝ ਹੀ ਉਹ ਬਹੁਤ ਸਭ ਜੋ ਵੀ ਬਣਾਉਂਦੇ ਨੇ ਮਜ਼ੇਦਾਰ ਹੀ ਬਣਦਾ ਸਾਡੀ ਭੈਣ ਵੀ ਇਹ ਪ੍ਰੋਗਰਾਮ ਜ਼ਰੂਰ ਵੇਖਦੇ ਹੋਣਗੇ ਤੇ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਇਹ ਜਾਣਿਆ ਹੋਵੇ ਕਿ ਸਾਡੇ ਖਾਦਮ ਜਿਹੜੇ ਪਾਦਰੀ ਜਸਟਨ ਜਵੇਦ ਸਾਹਿਬ ਨੇ ਉਹ ਆਪਣੀ ਮਿਸਿਸ ਦੇ ਹੱਥ ਦੀ ਮਟਨ ਕੜਾਈ ਬਹੁਤ ਅੱਛੇ ਬਣਾਉਂਦੇ ਇਹ ਬਹੁਤ ਤੁਸੀਂ ਪਸੰਦ ਕਰਦੇ ਹੋ ਜੀ ਜੀ ਭਾਈ ਸਾਹਿਬ ਖੇਡ ਤੁਹਾਨੂੰ ਕਿਹੜੀ ਪਸੰਦ ਹੈ ਖੇਡਣਾ ਕੀ ਜ਼ਿਆਦਾ ਪਸੰਦ ਕਰਦੇ ਹੋ ਜਦੋਂ ਮੈਂ ਸਕੂਲ ਲੈਵਲ 'ਚ ਸਾਂ ਜਾਂ ਪਿੰਡ ਦੇ ਵਿੱਚ ਸਾਂ ਜਾਂ ਕਾਲਜ ਲੈਵਲ ਤੇ ਗਿਆ ਤੇ ਸ਼ੁਰੂ ਤੋਂ ਕਬੱਡੀ ਖੇਡਦੇ ਰਿਹਾ ਅੱਛਾ ਔਰ ਫੁੱਟਬਾਲ ਵਾਲੀਬਾਲ ਔਰ ਬੈਡਮਿੰਟਨ ਇਹ 4-5 ਚੀਜ਼ਾਂ ਸਨ ਜਿਨ੍ਹਾਂ ਨੂੰ ਮੈਂ ਇੱਕ ਅੱਛੇ ਲੈਵਲ ਤੇ ਖੇਲੀਆਂ ਨੇ ਸਕੂਲ ਲੈਵਲ 'ਚ ਕਾਲਜ ਲੈਵਲ ਦੇ ਵਿੱਚ ਡਿਵੀਜ਼ਨ ਲੈਵਲ ਤੇ ਸੀ ਟੀਮ ਦੇ ਵਿੱਚ ਮੈਂ ਜਾਂਦਾ ਰਿਹਾ ਖੇਡਦਾ ਰਿਹਾ ਅੱਛਾ ਇਹ ਤੁਸੀਂ ਕਾਲਜ ਲੈਵਲ ਤੇ ਵੀ ਖੇਡਿਆ ਤੇ ਇਹਦੇ ਵਿੱਚ ਕੋਈ ਤੁਹਾਡਾ ਖਾਸ ਐਕਸਪੀਰੀਅੰਸ ਜਾਂ ਕੋਈ ਤੁਹਾਨੂੰ ਐਸਾ ਕੋਈ ਮੈਚ ਯਾਦ ਹੋਇਆ ਹੋਵੇ ਕਿ ਇਹਦੇ ਵਿੱਚ ਵਾਕਈ ਵੀ ਇਹ ਮੈਚ ਬੜਾ ਬਸ ਇੱਕ ਦੋ ਮੈਚ ਨੇ ਐਸੇ ਜਿਹੜੇ ਨਹੀਂ ਭੁੱਲਦੇ ਕਿ ਪਿੰਡਾਂ ਦੇ ਵਿੱਚ ਅੱਜ ਕੱਲ ਮੇਲੇ ਬੜੇ ਹੁੰਦੇ ਨੇ ਮੇਲੇ ਤੇ ਕਬੱਡੀ ਖੇਡੀ ਜਾਂਦੀ ਹੈ ਤੇ ਮੈਨੂੰ ਉਦੋਂ ਪਤਾ ਲੱਗਾ ਜਦੋਂ 2 ਲੋਕਾਂ ਦੀਆਂ ਲੱਤਾਂ ਟੁੱਟ ਗਈਆਂ ਤੇ ਮੈਂ ਜੱਫੀ ਮਾਰੀ ਤੇ ਉਦੋਂ ਮੈਨੂੰ ਪਤਾ ਲੱਗਾ ਮੈਂ ਅੱਛਾ ਜਾਫੀ ਆ ਤੇ ਉਹ ਮੈਨੂੰ ਨਹੀਂ ਅੱਜ ਤੱਕ ਭੁੱਲਦੇ ਕਿ ਮੈਂ ਕੈਂਚੀ ਮਾਰੀ ਸੀ ਤੇ ਮੁੰਡੇ ਦੀ ਇੱਥੋਂ ਲੱਤ ਟੁੱਟ ਗਈ ਸੀ ਅੱਛਾ ਬੜਾ ਜ਼ਬਰਦਸਤ ਫਲ ਕਿਹੜਾ ਪਸੰਦ ਹੈ ਤੁਹਾਨੂੰ ਫਲ ਮੈਨੂੰ ਮੈਂਗੋ ਬਹੁਤ ਜ਼ਿਆਦਾ ਪਸੰਦ ਨੇ ਅੱਛਾ ਅੱਜ ਕੱਲ ਤੇ ਗਰਮੀਆਂ ਦੇ ਵਿੱਚ ਬਹੁਤ ਇਨ ਨੇ ਮੈਂਗੋ ਤਰਬੂਜ਼ ਹੋ ਗਏ ਮੈਂਗੋ ਹੋ ਗਏ ਸੇਬ अंगूर में ज़्यादा इस तो खाना मैं कहना कि ये सुन के अंगूर का की दरख्त में हूँ इसलिए सारे अंगूर साढ़े ने असी खाने अच्छा भाई साहब ਇਹ ਸਾਰੀਆਂ ਗੱਲਾਂ ਮੈਂ ਸਮਝਣਾ ਸਾਡੇ ਲਈ ਬਾਇਸੇ ਬਰਕਤ ਨੇ ਲੇਕਿਨ ਖਸੂਸੀ ਤੌਰ ਤੇ ਮੈਂ ਇਹ ਜ਼ਰੂਰ ਪੁੱਛਣਾ ਚਾਹਾਂਗਾ ਸਾਡੇ ਨਾਜ਼ਰੀਨ ਵੀ ਇਸ ਪ੍ਰੋਗਰਾਮ ਦੇ ਵਿੱਚ ਜਾਣਨਾ ਚਾਹਣਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਖਾਸ ਕੋਈ ਬਰਕਤ ਕਿ ਜਿਹੜੀ ਤੁਸੀਂ ਆਖਿਆ ਹੋਇਆ ਕਿ ਵਾਕਈ ਇਹ ਖਿਦਮਤ 'ਚ ਆਉਣ ਤੋਂ ਬਾਅਦ ਯਾਨੀ ਮਸੀਹ ਨੂੰ ਕਬੂਲ ਕਰਨ ਤੋਂ ਬਾਅਦ ਇਹ ਖਾਸ ਬਰਕਤ ਮੇਰੀ ਜ਼ਿੰਦਗੀ ਦੇ ਵਿੱਚ ਜਦੋਂ ਮੈਂ ਯਿਸੂ ਮਸੀਹ ਨਾਸਰੀ ਨੂੰ ਕਬੂਲ ਕੀਤਾ ਔਰ ਪਹਿਲੀ ਮੇਰੀ ਖੁਆਇਸ਼ ਸੀ ਕਿ ਮੈਂ ਰੂਹੁਲ ਕੁਦਸ ਦਾ ਤਜਰਬਾ ਕਰਾਂ ਔਰ ਮੈਂ ਫਿਰ ਰੂਹੁਲ ਕੁਦਸ ਦਾ ਤਜਰਬਾ ਕੀਤਾ ਨਿਯਮਤਾਂ ਦਾ ਤਜਰਬਾ ਕੀਤਾ
ਕੀਤਾ, ਬਲੈਸਿੰਗ ਦਾ ਤਜਰਬਾ ਕੀਤਾ ਔਰ ਖੁਦਾ ਨੇ ਬਹੁਤ ਬਲੈਸ ਕੀਤਾ ਹਰ ਲਿਹਾਜ਼ ਨਾਲ ਹੀ, ਹੀਲਿੰਗ ਦੇ ਵਿੱਚ ਕੀਤਾ ਔਰ ਹੀਲਿੰਗ ਬਹੁਤ ਖੁਦਾ ਦੇ ਹੋਈ ਹੈ ਜਿੱਥੇ ਵੀ ਖੁਦਾ ਨੇ ਕਰਨਾ ਹੈ। ਸਿਰ ਬੇਸਿਕਲੀ ਕਰਨ ਵਾਲਾ ਤੇ ਖੁਦਾ ਹੀ ਹੈ, ਖੁਦਾਵੰਦ ਬਰਕਤ ਉਹਦੇ ਮਾਰ ਖਾਣ ਦੇ ਵਸੀਲੇ ਨਾਲ। ਲੇਕਿਨ ਸਾਡਾ ਕੰਮ ਹੈ ਕਿ ਜਿੱਥੇ, ਲੇਕਿਨ ਇਹ ਹੈ ਕਿ ਖੁਦਾ ਨੇ ਇਸਤੇਮਾਲ ਕੀਤਾ ਆਪਣੇ ਕੰਮ ਲਈ ਜਿੱਥੇ ਵੀ ਗਏ ਹਾਂ ਔਰ ਬਾਕੀ ਸਾਰੀ ਬਲੈਸਿੰਗਸ ਖੁਦਾ ਨੇ ਦਿੱਤੀਆਂ ਨੇ। ਕਿਸੇ ਚੀਜ਼ ਦੀ ਕੋਈ ਕਮੀ ਜਾਂ ਖਵਾਹਿਸ਼ ਅਗਰ ਹੋਈ ਵੀ ਹੈ ਤਾਂ ਵਕਤ ਤੋਂ ਪਹਿਲੇ ਖੁਦਾ ਨੇ ਪੂਰੀ ਕੀਤੀ ਹੈ ਔਰ ਇੱਕ ਬਲੈਸਿੰਗ ਹੈ। ਔਰ ਮੈਂ ਸਮਝਣਾ ਕਿ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਜੋ ਵੀ ਕੀਤਾ ਨਾ ਪੂਰੇ ਦਿਲ ਨਾਲ ਕੀਤਾ। ਮੈਂ ਇਸ ਤੋਂ ਪਹਿਲੇ ਖੁਦਾ ਦੇ ਆਉਣ ਤੋਂ ਪਹਿਲੇ ਵੀ ਇੱਕ ਗੱਲ ਸੋਚ ਕੇ ਕਹਿਣਾ ਹੁੰਦਾ ਸਾਂ, ਜੋ ਵੀ ਕਰੋ ਜੀ ਨਾ ਕਰੋ, ਦਿਲ ਨਾ ਕਰੋ। ਮੈਂ ਇਸ ਤੋਂ ਪਹਿਲਾਂ ਕਹਿਣਾ ਹੁੰਦਾ ਜਦੋਂ ਖੁਦਾ 'ਚ ਨਹੀਂ ਸਾਂ, ਮੈਂ ਕਹਿਣਾ ਸਾਂ ਅਗਰ ਗਲਤ ਕੰਮ ਹੀ ਕੀਤਾ ਨਾ ਤੇ ਉਹ ਵੀ ਬੜੀ ਇਮਾਨਦਾਰੀ ਨਾਲ ਕੀਤਾ, ਤੇ ਜਦੋਂ ਖੁਦਾ ਦਾ ਕੰਮ ਕੀਤਾ ਤਾਂ ਉਹ ਵੀ ਪੂਰੀ ਜਾਨਫਸ਼ਾਨੀ ਨਾਲ, ਪੂਰੇ ਦਿਲ ਨਾਲ, ਪੂਰੀ ਨੀਅਤ ਨਾਲ, ਪੂਰੀ ਇਮਾਨਦਾਰੀ ਨਾਲ ਕੀਤਾ। ਔਰ ਮੈਂ ਸਮਝਣਾ ਕਿ ਖੁਦਾ ਤੁਹਾਡੇ ਦਿਲ ਨੂੰ ਵੇਂਦਾ, ਉਹਦੇ ਮੁਤਾਬਕ ਤੁਹਾਨੂੰ ਬਰਕਤ ਦਿੰਦਾ। ਖੁਦਾ ਨੇ ਸਾਡੇ ਦਿਲਾਂ ਤੇ ਹਾਲੇਲੂਇਆ। ਨਾਜ਼ਰੀਨ, ਅਸੀਂ ਬੜੀਆਂ ਖੁਦਾ ਦੇ ਖਾਦਮ ਦੀਆਂ ਬਾਬਰਕਤ ਗੱਲਾਂ ਸੁਣਨੇ ਆ ਪਏ, ਲੇਕਿਨ ਹੁਣ ਵੇਲਾ ਹੋ ਗਿਆ ਖੁਦਾ ਦੇ ਕਲਾਮ ਦਾ, ਉਹਨਾਂ ਸੁੱਚੇ ਮੋਤੀਆਂ ਦਾ ਜਿਹੜੇ ਇਸ ਕਲਾਮ ਦੇ ਸੁੱਚੇ ਮੋਤੀ ਨੇ, ਤੇ ਆਓ ਅਸੀਂ ਉਹਨਾਂ ਨੂੰ ਰਿਸੀਵ ਕਰੀਏ। ਇਸ ਤੋਂ ਪਹਿਲਾਂ ਕਿ ਅਸੀਂ ਖੁਦਾ ਦੇ ਖਾਦਮ ਦੇ ਨਾਲ ਅੱਜ ਦਾ ਕਲਾਮ ਸੁਣੀਏ, ਆਓ ਅਸੀਂ ਆਪਣੇ ਸਿਰਾਂ ਨੂੰ ਝੁਕਾਈਏ ਤੇ ਦੁਆ ਮੰਗੀਏ। ਖਾਸ ਤੌਰ ਤੇ ਮੈਂ ਭੈਣਾਂ ਨੂੰ ਜ਼ਰੂਰ ਕਹਿਣਾ ਹੁੰਦਾ ਕਿ ਆਪਣੇ ਸਿਰਾਂ ਤੇ ਲੀੜਾ ਲੈ ਲਓ, ਤੇ ਬੱਚੇ, ਬੁੱਢੇ, ਜਵਾਨ ਜਿੰਨੇ ਵੀ ਸਾਡਾ ਪ੍ਰੋਗਰਾਮ ਵੇਖਦੇ ਹੋ ਪਏ, ਸਾਰੇ ਆਪਣੇ ਸਿਰਾਂ ਨੂੰ ਸੰਜੀਦਗੀ ਨਾਲ ਝੁਕਾਓ ਤੇ ਅੱਜ ਦਾ ਕਲਾਮ ਆਪਣੇ ਲਈ ਮੰਗੋ। ਆਸਮਾਨੀ ਪਿਤਾ, ਮੈਂ ਤੇਰਾ ਸ਼ੁਕਰ ਕਰਨਾ ਕਿ ਤੂੰ ਆਪਣਾ ਪੁੱਤਰ ਸਾਡੇ ਲਈ ਦਿੱਤਾ, ਇਸ ਲਈ ਦਿੱਤਾ ਕਿ ਅਸੀਂ ਉਹਦੇ ਤੇ ਈਮਾਨ ਲਿਆਈਏ ਤੇ ਤੇਰੀ ਹਮੇਸ਼ਾ ਦੀ ਬਾਦਸ਼ਾਹੀ ਵਿੱਚ ਦਾਖਲ ਹੋ ਸਕੀਏ। ਉਸੇ ਦੀ ਅੰਜੀਲ ਨੂੰ ਸੁਣਾਉਣ ਦੀ ਜ਼ਿੰਮੇਵਾਰੀ ਐ ਪਿਤਾ ਤੇਰੇ ਪੁੱਤਰ ਨੇ ਸਾਨੂੰ ਦਿੱਤੀ ਹੈ ਕਿ ਜਿਹੜੀ तमाम ਖਲਕ ਦੇ ਸਾਹਮਣੇ ਅਸਾਂ ਸੁਣਾਣੀ ਹੈ ਔਰ ਉਸੇ ਖਲਕ ਨੂੰ ਤੇਰੇ ਕੋਲ ਲੈ ਕੇ ਆਉਣਾ। ਅੱਜ ਤੇਰਾ ਖਾਦਮ, ਤੇਰਾ ਬੰਦਾ, ਤੇਰਾ ਮਮਸੂ ਜੋ ਕੁਝ ਵੀ ਤੇਰੇ ਕਲਾਮ ਦੇ ਸੁੱਚੇ ਮੋਤੀ ਇਹਨਾਂ ਲੋਕਾਂ ਤੱਕ ਪਹੁੰਚਾਉਣ ਵਾਲਾ ਹੈ, ਤੇ ਆਪਣੇ ਖਾਦਮ ਨੂੰ ਬੜੀ ਬਰਕਤ ਦੇਈਂ, ਅਲਫਾਜ਼ਾਂ ਦਾ ਚੁਣਾਵ ਦੇਈਂ, ਆਸਾਨ ਅਲਫਾਜ਼ ਦੇਈਂ, ਤਾकि ਇਹ ਅਲਫਾਜ਼ ਸਭ ਲਈ ਬਰਕਤ ਦਾ ਬਾਇਸ ਹੋਣ। ਸਭ ਕੁਝ ਮੰਗ ਲੈਨੇ ਆ ਤੇਰੇ ਪਾਕ ਤੇ ਜਲਾਲੀ ਨਾਂ ਦੇ ਵਸੀਲਾ ਨਾਲ। ਆਮੀਨ ਆਮੀਨ। ਥੈਂਕ ਯੂ ਵੈਰੀ ਮਚ ਪਾਸਟਰ ਸਾਹਿਬ, ਗॉड ਬlesਸ ਯੂ। ਖੁਦਾਵੰਦ ਤੁਹਾਨੂੰ ਕਸਰਤ ਦੀ ਬਰਕਤ ਦੇਵੇ ਔਰ ਮੇਰੇ ਵੇਖਣ ਵਾਲੇ ਦੋਸਤਾਂ ਨੂੰ ਵੀ ਖੁਦਾ ਬਰਕਤ ਦੇਵੇ ਔਰ ਆਪਣੇ ਫਜ਼ਲ, ਆਪਣੀ ਕੁਦਰਤ ਦੇ ਵਸੀਲੇ ਨਾਲ ਸੰਭਾਲੇ। ਮੇਰੇ ਅਜ਼ੀਜ਼ੋ, ਮੈਂ ਪਹਿਲੇ ਜਿਸ ਤਰ੍ਹਾਂ ਪਾਸਟਰ ਸਾਹਿਬ ਨੇ ਦੁਆ ਕੀਤੀ ਔਰ ਦੁਆ ਦੇ ਵਿੱਚ ਉਹਨਾਂ ਨੇ ਇੱਕ ਲਫ਼ਜ਼ ਬੋਲਿਆ ਕਿ ਖੁਦਾ ਨੇ ਦੁਨੀਆ ਨਾਲ ਇੰਜ ਦੀ ਮੁਹੱਬਤ ਕੀਤੀ, ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾकि ਜਿਹੜਾ ਵੀ ਉਹਦੇ ਤੇ ਈਮਾਨ ਲਿਆਏ ਉਹ ਹਲਾਕ ਨਾ ਹੋ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏ, ਹਮੇਸ਼ਾ ਦੀ ਜ਼ਿੰਦਗੀ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਮੈਂ ਗੱਲ ਕਰ ਰਿਹਾ ਸਾਂ, ਦੱਸਣਾ ਚਾਹ ਰਿਹਾ ਕਿ ਖੁਦਾ ਨੇ ਦੁਨੀਆ ਨਾਲ ਐਸੀ ਮੁਹੱਬਤ ਕੀਤੀ, ਉਸ ਮੁਹੱਬਤ ਦੀ ਖਾਤਰ ਉਸਨੇ ਆਪਣਾ ਬੇਟਾ ਬਖਸ਼ ਦਿੱਤਾ। ਤੇ ਯਾਦ ਰੱਖਣਾ, ਜਿਹੜੀ ਮੁਹੱਬਤ ਹੈ ਉਹ ਮੁਹੱਬਤ ਹੀ ਹੁੰਦੀ ਹੈ, ਮੁਹੱਬਤ ਦੇ ਵਿੱਚ ਡੰਡੇ ਨਹੀਂ ਹੁੰਦੇ। ਮੁਹੱਬਤ ਖਾਲਿਸ ਮੁਹੱਬਤ ਹੀ ਹੁੰਦੀ ਹੈ ਔਰ ਮੁਹੱਬਤ ਦੇ ਅਗਰ ਡੈਫੀਨੇਸ਼ਨ ਦੇਖੇ, ਉਹਦੀਆਂ ਸਿਫਾਤ ਦੇਖੇ, ਉਹਦੀ ਤਰਤੀਬ ਦੇਖੇ ਤੇ ਉਹਦੇ ਤੇ ਲਿਖਿਆ ਮੁਹੱਬਤ ਸਭ ਕੁਝ ਸਹਿ ਲੈਂਦੀ ਹੈ, ਬਰਦਾਸ਼ਤ ਕਰਦੀ ਹੈ, ਸ਼ੇਖੀ ਨਹੀਂ ਮਾਰਦੀ, ਝੰਝਨਾਤੀ ਨਹੀਂ, ਨਾ ਜ਼ੇਬਾ ਕੰਮ ਨਹੀਂ ਕਰਦੀ। ਇਹ ਸਾਰੀ ਮੁਹੱਬਤ ਦੀ ਡੈਫੀਨੇਸ਼ਨਸ ਨੇ। ਤੇ ਜਦੋਂ ਖੁਦਾ ਨੇ ਮੁਹੱਬਤ ਕੀਤੀ ਹੈ ਤੇ ਫਿਰ ਕਿ ਖੁਦਾ ਡੰਡੇ ਮਾਰ ਕੇ ਚੈੱਕ ਕਰੇਗਾ? ਨਹੀਂ, ਬਲਕਿ ਕਲਾਮ ਕਹਿੰਦਾ ਹੈ ਕਿ ਕਲੀਸਿਆ ਮਸੀਹ ਦਾ ਬਦਨ ਹੈ ਔਰ ਮਸੀਹ ਕਲੀਸਿਆ ਦਾ ਸਰ ਹੈ। ਅਗਰ ਕਲੀਸਿया मसीह दा बदन है, मसीह दी दुल्हन है, तो पहली गल कलाम में लिखा है यसु मसीह ने अपने बदन को सड़न दी नौबत तक नहीं पहुंचन देता, अपने बदन को सड़न दी नौबत तक नहीं पहुंचन देता, बल्कि लिखा है कलाम दे विच कि तीसरे दिन मुर्दियां दे विचों जी उठिया। फिर लिखे 40 दिन तक जमीन ते मुख्तलिफ लोगों को नजर आंदा रहा। अच्छा, 40 दिनों बाद यसु मसीह नासरी आसमान ते उठाया गया। क्या यसु बदन समेत उठाया गया कि या बदन तो बगैर उठाया गया? भाई साहब तुसी की कहंदे हो? बदन समेत। आमीन। ਇਹਦਾ ਮਤਲਬ ਮੈਂ ਯਿਸੂ ਬਦਨ ਸਮੇਤ ਉਠਾਇਆ ਗਿਆ। ਹਾਲੇਲੂਇਆ। ਕਲੀਸਿਆ ਕੀ ਹੈ? ਮਸੀਹ ਦਾ ਬਦਨ ਹੈ। ਤੇ ਫਿਰ ਬਦਨ ਕਿੱਥੇ ਉਠਾਇਆ ਗਿਆ? ਆਸਮਾਨ ਤੇ। ਤੇ ਫਿਰ ਬਦਨ ਜਾ ਕੇ ਕਿੱਥੇ ਬੈਠਾ ਬੇਟਾ? आसमान। आसमान पर
کبریا کی باپ کی دہنی تخت پر جا بیٹھا بدن سمیت. ਬਦਨ تو ਸਮੇਤ. پھر کلیسیا کتنے ہوئی؟ ਬਦਨ ਦੇ ਵਿੱਚ تو پھر کلیسیا کتنے ہے؟ ਆਸਮਾਨ ਤੇ تخت تے. ਤਖਤ ਤੇ. ਹਾਲੇ پھر لکھا ہے کہ کلیسیا مسیح دی دلہن ہے. تو پھر وہ دلہن نو لینا چاہیے. اکثر اسی کلیسیا نو کہنے تسی روزے رکھو، روو، چلاو، کر لاو تاکہ تہاڈی سنی جائے. انج تے نہیں ہوندا کہ دنیاوی بندہ ہوئے تے دلہن ہوئے تو پہلا دلہن نو کہ لو جی تو چیک کر اینو مار کٹ اینو فنڈ ٹیسٹ ہوئے پھر میں بیاہ کراں گا. نہیں، بلکہ یسو دلہن نو لینا آنڈیا دا ہے. دلہن انج نہیں کہ دلہن نو پہلے پولیس نو کہے لے بھی اینو چیک کر ذرا ایدا فنڈ کے منہ لال کر دے، اینو ذرا کٹ فنڈ کر تاکہ میں لینا وا. نہیں، یاد رکھنا جدوں دلہن ہوندی ہے نا کہلاندی ہے کسی دی بھی تو او دے تے جان نثار کرن تو جان دین تو بھی دریغ نہیں کرتا. کہتا میں مر جاواں اگر میری دلہن کچھ نہ ہوئے. تو یسو نے سب کچھ تے کر دیتا ہے اپنی دلہن دی خاطر. یسو ہمارا دلہن نو لینا آنڈیا. پھر ایک میں گل کرن ڈیا بھائی صاحب ساری دنیا جاندی ہے جدو کڑی منڈے دا بیاہ ہوندا ہے تے جدو دلہن تیار ہوندی ہے او دلہن دے بیوٹی پارلر دا خرچہ، او دے میک اپ دا خرچہ، او دے ڈریس دا خرچہ اے کون دیندا ہے؟ دلہے والے دیندے نے. ساری دنیا جاندی ہے کہ دلہے والے دیندے نے. اے دا مطلب ہے لکھا ہے وہ بغیر جڑی اور داغ اور دبوں کے دلہن کو لینا آنڈیا بغیر دار دبیاں تو پھر بیوٹی پارلر کی کیتا جاندہ دے داغ دبے اور دے سارے چیزاں نوک پلک سب کچھ خوبصورت ایک دلہن تیار کیتی جاندی ہے. پھر دی قیمت کون ادا کردا ہے؟ دلہا. دلہا نے اپنے خون دی قیمت ادا کیتی ہے تاکہ دلہن دا ہر داغ، ہر دبا، ہر چھری ختم ہو جائے اور وہ بے عیب دلہن لینا آنڈیا. اور دلہن نالوں نے ایسی محبت رکھی ہے، باپ نے دنیا نے ایسی محبت رکھی ہے، اس نے اپنا کروتا پتر بخش دیتا. اور آگے بڑھنے ہیں کرنا چاہتے ہیں اور وہ دلہن لینا آنڈیا اور بے عیب اور پاک دلہن لینا آنڈیا. اور دلہن کون ہے؟ اسی کلیسیا مسیح دی دلہن ہے. اور میں آگے بڑھنے لکھا اس نے دنیا نال ایسی محبت رکھی. پھر ایک حوالہ بڑا خوبصورت ہے رومیو 3 بابوں نے تیار دے وچ لکھا ہے اس لیے کہ سب نے گناہ کیا، اس لیے کہ سب نے گناہ کیتا اور خدا کے جلال سے محروم. ادا مطلب ہے دلہن نو اسی اج تک بھی جلال تو محروم ہی رکھنے ہیں. دلہن جلال تو محروم کہنے ہیں تسی گناہگار ہو اور یسوع گناہگاراں واسطے تے آیا ہے. اسی کہنے ہیں کہ دلہن جڑی ہے گناہگار ہے تے گناہگار انہیں اپنے خون دی قیمت دے کے پاک تے کر دیتا ہور کنج کرے. اسی کہنے ہیں اس لیے کہ سب نے گناہ کیا اور خدا کے جلال سے محروم ہیں مگر اس کے فضل کے سبب سے کہتے سبب نا اس کے فضل جڑا میرے دے تہاڈے تے ہویا تھا فضل کے سبب سے مگر اس کے فضل کے سبب سے اس نے اس مخلصی کے وسیلہ سے جو مسیح یسوع میں ہیں ہم کیا ہوئے ہیں مفت کے راست باز ٹھہرے. اے محبت ہم کی کیتا ہے اسی مفت دے راست باز ٹھہرے. آگے لکھا ہے پہلا یوحنا دا 4 باب 10 وچ لکھا ہے محبت ایدے وچ نہیں ہے. میں آیت پڑھتا ہوں لکھا ہے محبت اس میں نہیں کہ ہم نے خدا سے محبت کی کہ اسی محبت کیتی ہے تو تاں وہ ساڈے نال کرن ڈیا ہے سانوں دے بدلے چ دین ڈیا. نہیں، لکھا ہے محبت اس میں نہیں کہ ہم نے خدا سے محبت کی بلکہ اس میں ہے کہ اس نے ہم سے محبت کی اور ہمارے گناہوں کے کفارے کے لیے اپنے بیٹے کو بھیجا تاکہ جو کوئی اس پر ایمان لائے ہلاک نہ ہو بلکہ ہمیشہ کی زندگی پائے. اور خدا کا بیٹا اس لیے ظاہر ہوا لوگ زندگی پائے اور کثرت کی زندگی پائے. وہ کسی کی ہلاکت نہیں چاہتا بلکہ چاہتا ہے ہر ایک کی توبہ تک. اور توبہ کا مطلب ہے مایا ناتا ہے اپنے مائنڈ کو تبدیل کرنا. جب ہم یسوع مسیح ناصری کی صلیب پر کفارے پر ایمان لیتے ہیں تو پھر ہم گناہوں سے اپنا دھیان ہٹا کے یسوع پہ لگا لیتے ہیں تو پھر توبہ ہو جاتی ہے. لکھا ہے وہ چاہتا ہے کہ وہ کسی کی ہلاکت نہیں چاہتا بلکہ چاہتا ہے کہ توبہ تک نوبت پہنچے تاکہ ہر کوئی خدا کے بیٹے میں محفوظ ہو سکے. رومیو دے لکھا ہے
کہ لکھا ہے لیکن رومیو 5 باب اور اس کی 8 آیت میں لکھا ہے لیکن خدا اپنی محبت کی خوبی، خدا کی خوبی کیا ہے؟ خدا کیا ہے؟ محبت ہے، اور اس کی خوبی کیا ہے؟ محبت ہے، اور وہ اپنی محبت کی خوبی ہم پر یوں ظاہر کرتا ہے کہ جب ہم گناہگار ہی تھے، کب؟ گناہگار ہی تھے، اس سے پیشتر کہ میری ولادت ہوتی، میں بے ترتیب مادے سے اپنی صورت شکل اختیار کرتا، اس شیپ میں آتا، اس سے پہلے لکھا ہے اب ہم گناہگار ہی تھے تو مسیح ہماری خاطر ہوا تاکہ جو کوئی اس پر ایمان لائے ہلاک نہ ہو بلکہ ہمیشہ کی زندگی پائے، کیونکہ جب ہم کمزور ہی تھے تو عین اس وقت مسیح بے دینیوں کی خاطر ہوا۔ اور میرے عزیزوں، ہمیں اس پر ایمان لانے کی ضرورت ہے، آئیں اس پر ایمان لا کر ہمیشہ کی زندگی کے وارث ٹھہرتے ہیں۔ گاڈ بلیس یو، آمین۔ آئیں اپنے سروں کو جھکاتے ہیں، جتنے بھی لوگ ہمیں دیکھ رہے ہیں، ہمارے ساتھ ہیں، اگر آپ کا کوئی مسئلہ ہے، کوئی پرابلم ہے، جس طور سے ہم اس وقت کرونا وائرس سے پوری دنیا جنگ لڑ رہی ہے، ہم اس جنگ میں ہیں، اگر آپ کسی بھی سچویشن میں ہیں، بیمار ہیں، پریشان ہیں، تنگی میں ہیں، حالات سے لڑ رہے ہیں، سچویشن سے لڑ رہے ہیں، تو پھر اپنا ہاتھ بلند کیجئے گا، ہم آپ کے لیے دعا کرنا چاہتے ہیں۔ میرا ایمان ہے آپ ہمارے ساتھ متفق ہوں، خدا اس کلام کی قدرت کے وسیلہ سے جس نے دنیا سے محبت رکھی ہے، جو اپنی محبت کی خوبی ہم پر یوں ظاہر کرتا ہے، آئیں اس کی محبت کی خوبی کے اندر آ جائیں، آئیں اس کلوتے پر ایمان لے آئیں تاکہ جو کچھ پر ایمان لاتا ہے وہ ہلاک نہ ہوگا۔ ہاللیلویہ، تھینک یو لارڈ۔ خداوند تیری شکر گزاری کرتے ہیں ان زندگیوں کے لیے، میں اپنی بیٹیوں کے لیے، بھائیوں کے لیے، بزرگوں کے لیے، ایک ایک زندگی کے لیے، دیکھنے والوں کے لیے تیرے حضور سے برکت اور سلامتی کو یسوع مسیح کے نام سے کلیم کرتے ہیں اور تیری شکر گزاری کرتے ہیں۔ ہر طرح کی بیماری، ہر طرح کی تنگ دستی، ہر طرح کے حالات یسوع مسیح کے نام سے کم آؤٹ، چھوڑ ان زندگیوں کو یسوع کے نام سے۔ یہ تیرے بیٹے کی قدرت کے وسیلہ سے یہ زندگیاں تیری قدرت کا، تیرے جلال کا، تیری حضوری کا، تیری محبت کا اور شفا کا تجربہ کرے۔ I bless them in the name of Jesus۔ یسوع مسیح کے نام سے ان کے لیے برکت اور سلامتی کو چاہتے ہیں، ان کے خاندانوں کے لیے برکت کو چاہتے ہیں، ان کے گھرانوں کے لیے برکت کو چاہتے ہیں، اور باپ تیری شکر گزاری کرتے ہیں۔ تو نے فرمایا میں اپنی روح تیری نسل پر اور برکت تیری اولاد پر نازل کروں گا۔ تیرا شکر ہو، تیری ستائش کرتے ہیں یسوع مسیح کے نام سے، کثرت کی برکت دینا، in the name of Jesus۔ آمین 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 آمین۔ ناظرین، تساں خدا دے خادم دیاں بہت خوبصورت گلاں تے گواہیاں سنیاں، اور یقیناً سانو سارے نو اس پروگرام دے وچ برکت ملی ہے۔ اج دے جڑے ساڈے نال خدا دے خادم سن پادری جسٹن جاوید صاحب IFGF چرچ منسٹری دے، انہاں دیاں بڑیاں خوبصورت گواہیاں جڑیاں نے میں سمجھنا کہ بہت سارے نوجواناں واسطے اور کلیسیا واسطے با برکت ہون گیاں۔ خدا من تانوں سارے نوں برکت دے۔ بھائی صاحب میں تہاڈا بہت شکر گزار ہاں، تسی ساڈے پروگرام دے وچ آئے، تساں اپنے قیمتی وقت وچوں وقت کڈیا تے اج دیاں بہت ساریاں تہاڈیاں گواہیاں جڑیاں نے میرے لیے برکت دیاں باعث ہوئیاں نے۔ خدا تانوں بہت برکت دے، اور میری دعا ہے کہ خدا اسی طرح تانوں کثرت نال استعمال کرے۔ ناظرین، ہن ویلا ہو گیا تہاڈے کولوں اجازت چاہن دا، تے پھر ایک نویں پروگرام دے نال، ایک نویں خدا دے خادم دے نال تہاڈا خادم پادری پرویز صادق پھر تہاڈی خدمت چ موجود ہوئے گا۔ اس ویلے تک اپنے خادم پادری پرویز صادق نو اجازت دیو، اپنا خیال رکھیو، خدا ان تانوں برکت دے۔ آمین۔